ਕਵੀ ਸੰਤੋਖ ਸਿੰਘ ਜੀ ਨੇ ਸਾਧ ਸੰਗਤ ਜੀ ਆਪਣੀਆਂ ਸਤਰਾਂ ਦੇ ਵਿੱਚ ਪੇਸ਼ ਕੀਤਾ ਹੈ। ਛੰਦਾਬੰਦੀ ਦੇ ਵਿੱਚ ਬਣਾ ਕੇ ਪ੍ਰਸੰਗ ਲਿਖਿਆ। ਇਹ ਸਾਧ ਸੰਗਤ ਜੀ ਕਵੀ ਜੀ ਦਾ ਇਤਿਹਾਸ ਅਸੀਂ ਤਾਂ ਵਰਣਨ ਕਰ ਰਹੇ ਹਾਂ, ਤਾਂ ਤੁਹਾਨੂੰ ਸਰਵਣ ਕਰਾ ਰਹੇ ਹਾਂ। ਇਸ ਇਤਿਹਾਸ ਦੀ ਕਥਾ ਅੱਜ ਸਿੱਖ ਪੰਥ ਦੇ ਵਿੱਚ ਸਾਧ ਸੰਗਤ ਜੀ ਜਿੰਨੇ ਵੀ ਵੱਡੇ ਸਥਾਨ ਹੈ, ਜਿੰਨੇ ਵੀ ਪੰਜੇ ਤਖਤ ਹਨ, ਹੋਰ ਜਿਤਨੇ ਵੀ ਗੁਰੂ ਘਰ ਹਨ, ਵੱਡੇ ਵੱਡੇ ਸਥਾਨ ਜਿੱਥੇ ਨਿਤਾ ਪ੍ਰਤੀ ਕਥਾ ਵਿਚਾਰ ਹੁੰਦੀ ਹੈ, ਉੱਥੇ ਸਾਧ ਸੰਗਤ ਜੀ ਇਹ ਕਵੀ ਸੰਤੋਖ ਸਿੰਘ ਜੀ ਦੀ ਜਿਹੜੀ ਲਿਖੀ ਹੋਈ ਲਿਖਤ ਹੈ ਨਾ, ਗੁਰਪ੍ਰਤਾਪ ਸੂਰਜ ਗ੍ਰੰਥ, ਇਹਦੀ ਕਥਾ ਸਾਧ ਸੰਗਤ ਜੀ ਸਰਵਣ ਕਰਵਾਈ ਜਾਂਦੀ ਹੈ। ਇਹ ਕਵੀ ਜੀ ਨੇ ਸਾਧ ਸੰਗਤ ਜੀ ਬੜਾ ਰੌਚਕਮਈ ਇਤਿਹਾਸ ਲਿਖਿਆ, ਬੜਾ ਆਨੰਦਮਈ ਇਤਿਹਾਸ। ਬਿਰਤੀਆਂ ਨੂੰ ਇਕਾਗਰ ਕਰਕੇ ਹੁਣ ਜਿਵੇਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਯੁੱਧ ਕਰ ਰਹੇ ਹਨ, ਬੜੇ ਪ੍ਰੇਮ ਦੇ ਨਾਲ ਕੁਝ ਹੀ ਸਮੇਂ ਵਾਸਤੇ ਜਿਵੇਂ ਬਾਬਾ ਜੀ ਸ਼ਹੀਦੀ ਪਾਣਗੇ ਸਾਹਿਬਜ਼ਾਦਾ ਜੀ, ਆਪਾਂ ਬੜੇ ਪ੍ਰੇਮ ਦੇ ਨਾਲ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਦੋਹਰਾ ਸ਼੍ਰੀ ਅਜੀਤ ਸਿੰਘ ਬੀਰਬਰ। ਸ਼੍ਰੋਮਣੀ ਸਾਧ ਸੰਗਤ ਜੀ ਬਾਬਾ ਅਜੀਤ ਸਿੰਘ ਸਾਹਿਬ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਲਖਤੇ ਜਿਗਰ ਵੱਡੇ ਸਾਹਿਬਜ਼ਾਦੇ, ਜਿਨ੍ਹਾਂ ਦੀ ਉਮਰ ਹਜੇ 16 ਸਾਲ ਹੈ, ਕਈ ਵਿਦਵਾਨਾਂ ਨੇ 15 ਸਾਲ ਲਿਖੀ ਹੈ। ਸੋ ਰੋ ਵਿਚਾਰ ਸਾਧ ਸੰਗਤ ਜੀ, ਇੰਨੀ ਜਵਾਨੀ ਵਾਲੀ ਮੁੱਛ ਫੁੱਟ ਦੀ ਉਮਰ, ਜਿਨ੍ਹਾਂ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਸਾਧ ਸੰਗਤ ਜੀ ਜਿਹੜਾ ਕੱਦ ਸੀ, ਕਲਗੀਧਰ ਪਾਤਸ਼ਾਹ ਜੀ ਦੇ ਕੱਦ ਤੋਂ ਇੱਕ ਬੋਟਾ ਉੱਚਾ ਬਾਬਾ ਅਜੀਤ ਸਿੰਘ ਜੀ ਦਾ ਕੱਦ ਸੀ। ਇੰਨੇ ਲੰਬੇ ਤੇ ਸਰੀਰ ਦੇ ਫੁਰਤੀਲੇ, ਬੜਾ ਸਾਧ ਸੰਗਤ ਜੀ ਫੁਰਤੀਲਾ ਸਰੀਰ, ਵੀਰ ਰਸ ਵਾਲਾ ਚਿਹਰਾ। ਕਵੀ ਜੀ ਲਿਖਦੇ ਆ ਕਿ ਬੀਰਬਰ ਜਿਹੜੇ ਬੜੇ ਸ੍ਰੇਸ਼ਟ ਸੂਰਮੇ ਹਨ ਬਾਬਾ ਅਜੀਤ ਸਿੰਘ ਸਾਹਿਬ ਜੀ। ਇੱਕ ਸੰਗਰਾਮ ਬਿਰਤੰਤ। ਐਸਾ ਸਾਧ ਸੰਗਤ ਜੀ ਸਾਰੇ ਯੁੱਧ ਨੂੰ ਵੇਖ ਕਰਕੇ ਜਿਹੜਾ ਚਮਕੌਰ ਦੀ ਗੜੀ ਵਿੱਚ ਹੋ ਰਿਹਾ, ਚਾਹਿਓ ਆਪ ਨਿਕਸਨ ਤਬੈ। ਉਦੋਂ ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪ ਨਿਕਲਣਾ ਚਾਹਿਆ ਕਿਲੇ ਵਿੱਚੋਂ। ਗੁਰੂ ਕੋ ਸੁਤ ਬਲਵੰਤ। ਜਿਹੜੇ ਸਤਿਗੁਰੂ ਜੀ ਦੇ ਬਲ ਵਾਲੇ ਪੁੱਤਰ ਹਨ, ਸਾਬਾਸ ਚੰਦ ਮਨਹਿ ਵਿਚਾਰ ਹੈ। ਮਨ ਦੇ ਵਿੱਚ ਵਿਚਾਰ ਕਰਦੇ ਸਾਹਿਬਜ਼ਾਦਾ ਜੀ, ਤੁਰਕ ਬਿਦਾਰ ਹੈ। ਇਹਨਾਂ ਤੁਰਕਾਂ ਦਾ ਹੁਣ ਨਾਸ਼ ਕਰ ਦਈਏ, ਰਹਿ ਨਾ ਅੰਤਰ। ਅਸੀਂ ਹੁਣ ਅੰਦਰ ਨਾ ਰਹੀਏ, ਰਹਿ ਨਿਰੰਤਰ। ਇੱਕ ਰਸ ਹੋ ਕਰਕੇ ਬਾਹਰ ਜਾ ਕਰਕੇ ਇਹਨਾਂ ਤੁਰਕਾਂ ਦੇ ਨਾਲ ਜੰਗ ਕਰੀਏ। ਤਬ ਪ੍ਰਭ ਧੀਰ ਹੈ। ਉਦੋਂ ਸਤਿਗੁਰੂ ਜੀ ਦੇ ਕੋਲ ਪਹੁੰਚ ਸਧੀਰ ਹੈ। ਇਹ ਸਹਿਜ ਧੀਰਜ ਦੇ ਪਹੁੰਚੇ ਹਨ ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਜੀ। ਸਤਿਗੁਰ ਨੰਦਨ ਮਹਾਰਾਜ ਜੀ ਦੇ ਸ੍ਰੇਸ਼ਟ ਪੁੱਤਰ। ਕਰ ਅਬ ਬੰਦਨ। ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਜਾ ਕੇ, ਰਹਿ ਕਰ ਜੋਰ ਹੈ। ਦੋਵੇਂ ਹੱਥ ਜੋੜ ਕਰਕੇ ਪਿਥੈ ਨਿਰਹੋਰ ਹੈ। ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ। ਸੁਤ ਦਿਸ਼ ਨੈਣ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਲਾਗੇ ਆਏ, ਗਰੀਬ ਨਵਾਜ ਜੀ ਨੇ ਆਪਣੇ ਨੇਤਰਾਂ ਦੇ ਨਾਲ ਇਹਨਾਂ ਵੱਲ ਤੱਕਿਆ। ਕਰ ਕਹਿ ਬੈਨ ਹੈ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਬਾਬਾ ਸਾਹਿਬਜ਼ਾਦਾ ਜੀ ਤੁਸੀਂ ਬਚਨ ਕਹੋ। ਕਿਮ ਬਿਲਾਖੋ। ਕਿਵੇਂ ਤੁਸੀਂ ਇੱਛਾ ਕਰਦੇ ਹੋ? ਸੱਚ ਬਚ ਭਾਖੋ। ਸੱਚੇ ਜਿਹੜੇ ਬਚਨ ਸਾਡੇ ਤਾਈਂ ਕਹੋ। ਸੁਨ ਕਰ ਵੀਰ ਹੈ। ਸੁਣ ਕਰਕੇ ਵੀਰ ਬਹਾਦਰ ਸੂਰਮੇ ਸਾਹਿਬਜ਼ਾਦਾ ਜੀ। ਕਰਹਿ ਧਰ ਧੀਰ ਹੈ। ਉਸ ਵੇਲੇ ਸਾਧ ਸੰਗਤ ਜੀ ਕਹਿ ਕਰਕੇ ਧੀਰਜ ਧਾਰਨ ਕੀਤੀ। ਨਿਜ ਕੁਲ ਧੀਰ ਹੈ। ਮਹਾਰਾਜ ਜੀ ਸਾਡੀ ਜਿਹੜੀ ਕੁਲ ਦੀ ਰੀਤ ਹੈ, ਭਾਵ ਇਹ ਰੀਤੀ ਹੈ, ਚਿਤ ਮਹਿ ਪ੍ਰੀਤ ਹੈ। ਸਤਿਗੁਰੂ ਜੀ ਚਿੱਤ ਦੇ ਵਿੱਚ ਸਾਡੇ ਪ੍ਰੀਤ ਹੈ, ਪ੍ਰੇਮ ਹੈ ਸਾਡੇ ਚਿੱਤ ਦੇ ਵਿੱਚ, ਕਿਉਂਕਿ ਸਾਡੀ ਇਹ ਕੁਲ ਦੀ ਸ਼ੁਰੂ ਤੋਂ ਰੀਤ ਤੁਰੀ ਆਈ ਹੈ। ਅਬ ਹੈ ਸਮੈ ਸ਼ੁਭ। ਮਹਾਰਾਜ ਜੀ ਹੁਣ ਸ੍ਰੇਸ਼ਟ ਸਮਾਂ ਹੈ। ਲਖ ਮਨ ਮੈਂ ਪ੍ਰਭ। ਸਤਿਗੁਰੂ ਜੀ ਮਨ ਦੇ ਵਿੱਚ ਤੁਸੀਂ ਹੁਣ ਜਾਣੋ। ਧਰਮ ਨਿਭਾਇਓ। ਮਹਾਰਾਜ ਜੀ ਅਸੀਂ ਹੁਣ ਧਰਮ ਦਾ ਨਿਰਵਾਹ ਕਰਨਾ ਚਾਹੁੰਦੇ ਹਾਂ। ਮੁਖ ਫਰਮਾਇਓ। ਮੁਖੋਂ ਬਾਬਾ ਅਜੀਤ ਸਿੰਘ ਜੀ ਨੇ ਕਿਹਾ ਪਿਤਾ ਸਤਿਗੁਰੂ ਜੀ ਨੂੰ। ਤੁਰਕ ਸਮੂਹਨ। ਸਤਿਗੁਰੂ ਜੀ ਜਿੰਨੇ ਵੀ ਸਮੂਹ ਤੁਰਕ ਹਨ ਸਾਰੇ ਕਰ ਕਰ ਹੂਹਨ। ਇਹ ਹੱਲਾ ਕਰ ਕਰਕੇ ਪੈ ਰਹੇ ਆ ਸਾਡੇ ਤੇ। ਕਰੋ ਹਟਾਵਨ। ਮਹਾਰਾਜ ਜੀ ਆਗਿਆ ਦਿਓ ਇਹਨਾਂ ਨੂੰ ਪਿਛੇ ਹਟਾ ਦਈਏ। ਗਤ ਰਣ ਥਾਵਨ। ਸਤਿਗੁਰੂ ਜੀ ਜਿਹੜਾ ਰਣ ਦਾ ਥਾਂ ਹੈ, ਯੁੱਧ ਭੂਮਿਕਾ ਵਿੱਚ ਜਾ ਕਰਕੇ ਸੁਨ ਬਿਕਸੇ ਗੁਰ। ਸਤਿਗੁਰੂ ਜੀ ਸੁਣ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਦੇ ਬਚਨ ਬੜੇ ਖੁਸ਼ ਹੋਏ ਆ। ਕਹਿ ਹੈ ਭਲੇ ਔਰ। ਗਰੀਬ ਨਵਾਜ ਜੀ ਕਹਿਣ ਲੱਗੇ ਕਿ ਬੜੀ ਚੰਗੀ ਇੱਛਾ ਕੀਤੀ ਸਾਹਿਬਜ਼ਾਦਾ ਜੀ ਤੁਸੀਂ। ਹਰ ਹੱਥ ਤੁਰਕ
ਕਾਨ ਹੈ। ਜਾਓ ਜਾ ਕਰਕੇ ਤੁਰਕਾਂ ਦਾ ਨਾਸ਼ ਕਰੋ। ਕਰ ਕਮਸਨ ਹੈ। ਕਰ ਕਰਕੇ ਇਹਨਾਂ ਦੇ ਨਾਲ ਜੰਗ। ਸ਼ੁਭ ਪਦ ਪਾਵਹੁ। ਸ੍ਰੇਸ਼ਟ ਪਦਵੀ ਨੂੰ ਪਾਓ। ਮਮ ਮਨ ਭਾਵਹੁ। ਸਾਡੇ ਮਨ ਦੇ ਵਿੱਚ ਵੀ ਇਹ ਬੜੀ ਗੱਲ ਚੰਗੀ ਲੱਗੀ ਹੈ। ਸੁਜਸ ਵਿਥਾਰਹੁ। ਸੁਜਸ ਵਿਥਾਰੋ, ਜਿਹੜਾ ਸ੍ਰੇਸ਼ਟ ਜਸ ਹੈ ਉਹ ਸੰਸਾਰ ਦੇ ਵਿੱਚ ਫੈਲਾ ਦਿਓ। ਹਰ ਗਨ ਮਾਰਹੁ। ਜਿਹੜੇ ਬਹੁਤੇ ਸਮੂਹ ਬੈਰੀ ਹੈ ਚੜ ਕੇ ਆਏ ਮੁਸਲਮਾਨ, ਇਹਨਾਂ ਦਾ ਨਾਸ਼ ਕਰ ਦਿਓ। ਸਿੱਖ ਲਿਓ ਸੰਗ ਹੈ। ਆਪਣੇ ਨਾਲ 5 ਸਿੰਘ ਲੈ ਲਵੋ। ਕੀਤਾ ਜੰਗ ਹੈ। ਜਿਹੜੇ ਜੰਗ ਦੇ ਵਾਸਤੇ ਬਹੁਤਾ ਪ੍ਰੇਮ ਕਰਦੇ ਹਨ ਸਿੰਘ, ਉਹ ਨਾਲ ਲਵੋ। ਦੋਹਰਾ ਸਦਾ ਧਰਮ ਛਤਰੀਨ ਕੋ। ਕਲਗੀਧਰ ਪਾਤਸ਼ਾਹ ਜੀ ਬਚਨ ਕਹਿਣ ਲੱਗੇ ਕਿ ਸਾਹਿਬਜ਼ਾਦਾ ਜੀ, ਇਹ ਛਤਰੀਆਂ ਦੇ ਧਰਮ ਦਾ ਸਦਾ ਹੀ ਜਿਹੜਾ ਸ਼ੁਰੂ ਤੋਂ ਇਹ ਰੀਤੀ ਰਹੀ ਹੈ ਛਤਰੀਆਂ ਦੇ ਧਰਮ ਦੀ, ਜਿਹੜਾ ਸਾਡਾ ਧਰਮ ਹੈ ਸ਼ਾਸਤਰ ਧਾਰੀਆਂ ਦਾ ਧਰਮ ਹੈ। ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਸ਼ਾਸਤਰ ਧਾਰੀ ਦੇ ਪੁੱਤਰ ਆਖਿਆ ਹੈ। ਮਹਾਰਾਜ ਜੀ ਨੇ ਆਖਿਆ ਛਤਰੀ ਕੋ ਪੂਤ ਹੂੰ ਬਾਹਮਣ ਕੋ ਨਾਹੀ। ਅਸੀਂ ਸ਼ਾਸਤਰ ਧਾਰੀ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਪੁੱਤਰ ਹਾਂ। ਅਸੀਂ ਮੀਰੀ ਪੀਰੀ ਮਾਲਕ ਜਿਹੜੇ ਸ਼ਾਸਤਰਾਂ ਨੂੰ ਧਾਰਨ ਵਾਲੇ ਉਹਨਾਂ ਦੇ ਸਪੁੱਤਰਾਂ, ਬਾਹਮਣਾਂ ਦੇ ਪੁੱਤਰ ਨਹੀਂ। ਤੁਰਕੋ, ਤੁਹਾਡੇ ਨਾਲ ਜੰਗ ਕਰਕੇ ਤੁਹਾਡਾ ਨਾਸ਼ ਕਰਾਂਗੇ। ਗਰੀਬ ਨਵਾਜ ਜੀ ਕਹਿਣ ਲੱਗੇ ਕਿ ਸਾਹਿਬਜ਼ਾਦਾ ਜੀ, ਇਹ ਛਤਰੀਆਂ ਦਾ ਸਦਾ ਹੀ ਧਰਮ ਰਿਹਾ। ਚੱਲਿਓ ਸਨਾਤਨ ਆਏ। ਪੁਰਾਣੇ ਸਮੇਂ ਤੋਂ ਇਹ ਸ਼ਾਸਤਰ ਧਾਰੀਆਂ ਦਾ ਧਰਮ ਜਿਹੜਾ ਚੱਲਦਾ ਆ ਰਿਹਾ। ਤੁਝ ਸਮ ਭਇਓ ਅਭਿਮਨਿਓ ਕੀ। ਸਤਿਗੁਰੂ ਜੀ ਕਹਿਣ ਲੱਗੇ ਕਿ ਤੁਹਾਡੇ ਸਮਾਨ ਹੀ ਜਿਹੜਾ ਅਭਿਮਨੂ ਸੀ, ਜਿਹਨੇ ਜੰਗ ਕੀਤਾ, ਤੁਹਾਡੇ ਸਮਾਨ ਹੀ ਉਹਨਾਂ ਦੀ ਉਮਰ ਸੀ। ਡਰਿਓ ਜਗਤ ਜਸ ਗਾਏ। ਜਦੋਂ ਜੰਗ ਦੇ ਵਿੱਚ ਲੜੇ, ਉਹਨਾਂ ਦਾ ਜਸ, ਉਹਨਾਂ ਦੀ ਵਡਿਆਈ ਹੁਣ ਤੱਕ ਜਗਤ ਦੇ ਵਿੱਚ ਗਾਈ ਜਾਂਦੀ ਹੈ। ਸਨਮੁਖ ਰਨ ਮਾਰਨ ਮਰਨ। ਸਨਮੁਖ ਸਾਹਮਣੇ ਹੋ ਕਰਕੇ ਜੰਗ ਦੇ ਵਿੱਚ ਜਿਹੜਾ ਮਾਰਨਾ ਤੇ ਮਰਨਾ ਹੈ। ਹਰਨ ਪੀਠ ਨਹਿ ਦੇਨ। ਵੈਰੀਆਂ ਨੂੰ ਪਿੱਠ ਨਹੀਂ ਦੇਣੀ। ਸੁਭ ਪਦ ਕੋ ਪਰਲੋਕ ਮਹਿ। ਸਤਿਗੁਰੂ ਜੀ ਜਿਹੜਾ ਕਹਿੰਦੇ, ਜਿਹੜਾ ਐਸਾ ਸੂਰਮਾ ਆ ਜੰਗ ਦੇ ਵਿੱਚ ਵੈਰੀਆਂ ਨੂੰ ਪਿੱਠ ਨਹੀਂ ਦਿੰਦਾ, ਉਹਨੂੰ ਪਰਲੋਕ ਦੇ ਵਿੱਚ ਸ੍ਰੇਸ਼ਟ ਪਦਵੀ ਸਾਧ ਸੰਗਤ ਜੀ ਪ੍ਰਾਪਤ ਹੁੰਦੀ ਹੈ। ਅਵਨੀ ਮਹਿ ਜਸ ਲੈਨ। ਫਿਰ ਉਹ ਧਰਤੀ ਦੇ ਵਿੱਚ ਵੀ, ਪਰਲੋਕ ਦੇ ਵਿੱਚ ਤਾਂ ਉਹਨੂੰ ਪਦਵੀ ਸ੍ਰੇਸ਼ਟ ਜਿਹੜੀ ਪ੍ਰਾਪਤ ਹੁੰਦੀ ਹੋਈ ਹੈ। ਇਸ ਧਰਤੀ ਦੇ ਵਿੱਚ, ਇਸ ਲੋਕ ਦੇ ਵਿੱਚ ਵੀ ਸਾਧ ਸੰਗਤ ਜੀ ਉਹ ਸਤਿਕਾਰ, ਮਾਣ ਸਤਿਕਾਰ ਨੂੰ, ਜਸ ਨੂੰ, ਵਡਿਆਈ ਨੂੰ ਲੈਂਦਾ ਹੈ। ਰਾਜ ਚੰਦ ਬਲੀ ਅਜੀਤ ਸਿੰਘ ਜੀ। ਬਲੀ ਬਹਾਦਰ ਬਾਬਾ ਅਜੀਤ ਸਿੰਘ ਜੀ ਨਿਖੰਗ ਅੰਗ ਸੰਗ ਹੈ। ਜਿਨ੍ਹਾਂ ਦੇ ਸਾਧ ਸੰਗਤ ਜੀ ਅੰਗਾਂ ਦੇ ਨਾਲ ਤਿੱਖੇ ਤੀਰ ਟੰਗੇ ਹਨ। ਭੀਖਣੰ ਨਰਿਖਣੰ। ਜਿਹੜੇ ਬੜੇ ਭਿਆਨਕ ਹੈ, ਬੜੇ ਤਿੱਖੇ ਹੈ। ਸੋ ਤਿਖਣੰ ਖਤੰਗ ਹੈ। ਸੋ ਕਹਿੰਦੇ ਭਲੀ ਪ੍ਰਕਾਰ ਐਸੇ ਮਹਾਰਾਜ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਆਪਣੇ ਪੱਥੇ ਦੇ ਵਿੱਚ ਤੀਰ ਟੰਗੇ ਹਨ। ਕਿਰਪਾਨ ਹੇਮ ਮੁਸ਼ਟ ਸੋ। ਜਿਹੜਾ ਸਾਧ ਸੰਗਤ ਜੀ ਸੋਨੇ ਦੀ ਕਿਰਪਾਨ, ਜਿਹੜਾ ਸੋਨੇ ਦਾ ਮੁੱਠਾ ਆ, ਜਿਹੜੀ ਕਿਰਪਾਨ ਹੈ, ਉਹਦੇ ਉੱਤੇ ਬਾਬਾ ਅਜੀਤ ਸਿੰਘ ਜੀ ਨੇ ਹੱਥ ਧਾਰਨ ਕੀਤਾ। ਦੰਡ ਲੈ ਕਠੋਰ ਕੋ। ਜਿਹੜਾ ਸਾਧ ਸੰਗਤ ਜੀ ਬੜਾ ਕਠੋਰ ਧਨੁਖ ਹੈ, ਉਹ ਲੈ ਲਿਆ ਹਸਤ ਕਮਲਾਂ ਵਿੱਚ। ਧਰੇ ਸਮੂਹ ਆਯੁਧਾਨ। ਫਿਰ ਸਾਰੇ ਸ਼ਾਸਤਰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਐ। ਵੀਰ ਘਾਏ ਘੋਰ ਕੋ। ਸਾਧ ਸੰਗਤ ਜੀ ਭਿਆਨਕ ਜੰਗ ਕਰਨ ਵਾਸਤੇ ਦਈ ਪਿਤਾ ਪ੍ਰਦਛਨਾ। ਪਿਤਾ ਸਤਿਗੁਰੂ ਜੀ ਦੀਆਂ 3 ਪ੍ਰਦਛਨਾ ਬਾਬਾ ਅਜੀਤ ਸਿੰਘ ਜੀ ਨੇ ਕੀਤੀਆਂ। ਸੋ ਬੰਦਨਾਹੇ ਠਾਨ ਕੈ। ਸ੍ਰੇਸ਼ਟ ਤਰੀਕੇ ਦੇ ਨਾਲ ਨਮਸਕਾਰ ਮਹਾਰਾਜ ਜੀ ਨੂੰ ਕਰਕੇ, ਫਤਿਹ ਬੁਲਾ ਕਰਕੇ। ਆਨੰਦ ਤੇ ਬਿਲੰਦ ਨੈਣ। ਬਹੁਤੇ ਆਨੰਦ ਦੇ ਵਿੱਚ ਸਾਧ ਸੰਗਤ ਜੀ ਨੇਤਰ ਵੀਰ ਰਸ ਦੇ ਵਿੱਚ ਭਿੱਜੇ ਹਨ। ਭੇਪੁਰ ਫੁੱਲ ਮਾਨ ਕੈ। ਪੂਰੇ ਚੜ੍ਹਦੀ ਕਲਾ ਦੇ ਵਿੱਚ ਪ੍ਰਫੁੱਲਤ ਹਨ, ਨੇਤਰ ਪ੍ਰਸੰਨ ਹਨ। ਚਲਿਓ ਸੋ ਪੋਰ ਠੋਰ ਕੋ। ਸਤਿਗੁਰੂ ਜੀ ਦੇ ਹੋਣਹਾਰ ਸੁਪੁੱਤਰ ਸਾਹਿਬਜ਼ਾਦਾ ਜੀ ਜਿੱਥੇ ਗੜੀ ਦਾ ਦਰਵਾਜ਼ਾ ਹੈ, ਉਸ ਜਗ੍ਹਾ ਦੇ ਉੱਤੇ ਚਲੇ ਗਏ। ਜਥਾ ਮਿਰ ਗਿੰਦ ਭੈ। ਜਿਵੇਂ ਸਾਧ ਸੰਗਤ ਜੀ ਸ਼ੇਰ ਭੈ ਤੋਂ ਬਿਨਾ ਗਿੱਦੜਾਂ ਦੇ ਉੱਤੇ ਜਾ ਟੁੱਟਦਾ ਹੈ, ਪਰਬੀਨ ਸੰਗ ਪੰਜ ਭੇ। ਇਵੇਂ ਸਾਧ ਸੰਗਤ ਜੀ ਨਾਲ ਜਿਹੜੇ ਵਿਸ਼ੇਸ਼ ਕਰਕੇ 5 ਸੂਰਮੇ ਇਹਨਾਂ ਦੇ ਨਾਲ ਚੱਲੇ ਆ। ਰਜਾਏ ਮਾਨ ਕੈ ਮਨਾ। ਮਨ ਦੇ ਵਿੱਚ ਇਹਨਾਂ ਦੀ ਆਗਿਆ ਮੰਨ ਕਰਕੇ ਸਾਹਿਬਜ਼ਾਦਾ ਜੀ ਦੇ ਨਾਲ 5 ਸੂਰਮੇ ਚੱਲੇ ਹਨ। ਸ਼੍ਰੀ ਅਜੀਤ ਸਿੰਘ ਵੀਰ ਇਸ ਧੀਰ। ਤਰੀਕੇ ਦੇ ਨਾਲ ਸ਼੍ਰੋਮਣੀ ਬਾਬਾ ਅਜੀਤ ਸਿੰਘ ਜੀ ਜਿਹੜੇ ਬੜੇ ਸੂਰਮੇ ਹਨ। ਧੀਰ ਧਰ ਤੀਰ ਪ੍ਰਹਾਰੇ। ਧੀਰ ਜਿਨ੍ਹਾਂ ਨੇ ਧੀਰਜ ਧਾਰਨ ਕੀਤਾ ਹੋਇਆ ਜੰਗ ਕਰਨ ਵਾਸਤੇ। ਸਾਧ ਸੰਗਤ ਜੀ ਜੰਗ ਦੇ ਵਿੱਚ
ਨਾਲ 5 ਸਿੰਘਾਂ ਨੂੰ ਲੈ ਕਰਕੇ ਘੋੜੇ ਦੇ ਸਵਾਰ ਹੋ ਕਰਕੇ ਜੰਗ ਦੇ ਵਿੱਚ ਜਾ ਪਏ ਨੇ। ਵੈਰੀਆਂ ਦੇ ਉੱਤੇ ਕਹਿੰਦੇ ਧੀਰਜ ਧਾਰਨ ਕਰਕੇ ਜਿਹੜੇ ਤੀਰ ਆ ਉਹ ਮਾਰਨ ਲੱਗੇ ਹਨ। ਕੌਤਕ ਹੋਤ ਉਦੋਤ, ਇਸ ਤਰੀਕੇ ਦੇ ਨਾਲ ਪ੍ਰਗਟ ਹੀ ਧਰਤੀ ਦੇ ਉੱਤੇ ਕੌਤਕ ਹੋਣ ਲੱਗਾ। ਆਏ ਅਨਭੇ ਅਨਬਦੇਵ, ਆਏ ਨਭ ਦੇਵ ਨਿਹਾਰੇ। ਸਾਧ ਸੰਗਤ ਜੀ, ਨਭ ਨਾਮ ਹੈ ਆਕਾਸ਼ ਦਾ। ਆਕਾਸ਼ ਤੋਂ ਜਿਹੜੇ ਦੇਵਤੇ ਆ ਉਹ ਵੀ ਆ ਕੇ ਇਸ ਜੰਗ ਨੂੰ ਵੇਖਣ ਲੱਗੇ ਆ। ਕਾਦੇ ਵਾਸਤੇ ਦੇਖਣ ਲੱਗੇ? ਐਸਾ ਅਨੋਖਾ ਜੰਗ ਧਰਤੀ ਦੇ ਉੱਤੇ ਕਦੇ ਪਹਿਲਾਂ ਨਹੀਂ ਹੋਇਆ। ਜੰਗ ਤਾਂ ਬੜੇ ਹੋਏ ਹਨ, ਮਹਾਭਾਰਤ ਦਾ ਜੰਗ ਵੀ ਹੋਇਆ, ਹੋਰ ਵੀ ਬੜੇ ਜੰਗ ਹੋਏ ਹੋਣਗੇ, ਪਰ ਐਸਾ ਜੰਗ ਧਰਤੀ ਦੇ ਉੱਤੇ ਸਾਧ ਸੰਗਤ ਜੀ ਪਹਿਲੀ ਵਾਰ ਹੋਣ ਲੱਗਾ। ਪਹਿਲੀ ਵਾਰ ਕਿਉਂ ਹੋਣ ਲੱਗਾ? ਕਿਉਂਕਿ ਇੱਕ ਪਾਸੇ 10 ਲੱਖ ਫੌਜ ਦਿੱਲੀ ਤੋਂ ਚੜ ਕੇ ਆਈ ਹੈ ਤੇ ਬਾਕੀ ਜਿਹੜੀ ਪਿਛੋਂ ਬਚੀ ਹੋਈ ਫੌਜ ਘੱਟੋ ਘੱਟ ਸਾਧ ਸੰਗਤ ਜੀ 19-20 ਲੱਖ ਜਿਹੜੀ ਫੌਜ ਘੇਰਾ ਪਾ ਕੇ ਖੜੀ ਹੈ ਤੇ ਇਹਨਾਂ ਦੇ ਵਿੱਚ ਕੱਲਾ ਕੱਲਾ ਸਿੰਘ ਸਵਾ ਲੱਖ ਦੇ ਨਾਲ ਲੜਨ ਵਾਸਤੇ, ਮਹਾਰਾਜ ਦੇ ਬਚਨ ਪੂਰੇ ਕਰਨ ਵਾਸਤੇ ਕੱਲਾ ਕੱਲਾ ਸਿੰਘ ਕੁੱਦਿਆ ਮੈਦਾਨੇ ਜੰਗ ਦੇ ਅੰਦਰ। ਇਸ ਕਰਕੇ ਸਾਧ ਸੰਗਤ ਜੀ ਆਕਾਸ਼ ਦੇ ਵਿੱਚ ਦੇਵਤੇ ਵੀ ਖੜ ਕਰਕੇ ਦੇਖ ਰਹੇ ਹੈ ਕਿ ਐਸਾ ਭਿਆਨਕ ਜੰਗ, ਐਸਾ ਕੌਤਕਮਈ, ਐਸਾ ਹੈਰਾਨ ਕਰਨ ਵਾਲਾ ਜੰਗ ਇਹ ਸਾਰੇ ਦੇਵਤੇ ਆਕਾਸ਼ ਦੇ ਵਿੱਚ ਖੜ ਕੇ ਦੇਖ ਰਹੇ ਆ। ਹੋਏ ਪਦਾਤ ਸਵਾਰ, ਜਿਹੜੇ ਪੈਦਲ ਅਸਵਾਰ ਹਨ, ਤਿਨੈ ਹੱਥ ਤੂਰਨ ਡਾਰੇ, ਉਹਨਾਂ ਨੂੰ ਸਾਹਿਬਜ਼ਾਦਾ ਜੀ ਨੇ ਛੇਤੀ ਦੇ ਨਾਲ ਹੀ ਮਾਰ ਦਿੱਤਾ। ਹਿਮ ਪਠਾਨ ਅਰ ਮੁਗਲ ਪਰੇ। ਇਸ ਤਰੀਕੇ ਨੂੰ ਵੇਖਦਿਆਂ ਹੋਇਆਂ ਜਿਹੜੇ ਮੁਗਲ ਪਠਾਨ ਹੈ ਉਹ ਸਾਧ ਸੰਗਤ ਜੀ ਪੈ ਟੁੱਟੇ ਹੈ। ਪਹਿਲਾਂ ਤਾਂ ਇਹਨਾਂ ਮੁਗਲਾਂ ਨੂੰ ਲੱਗਿਆ, ਕਿਉਂਕਿ ਸਤਿਗੁਰੂ ਜੀ ਦਾ ਜਿਹੜਾ ਚਿਹਰਾ ਸੀ ਨਾ, ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਚਿਹਰਾ, ਉਹ ਮਹਾਰਾਜ ਜੀ ਦੇ ਚਿਹਰੇ ਦੇ ਨਾਲ ਮੇਲ ਖਾਂਦਾ ਸੀ। ਨੁਹਾਰ ਸਤਿਗੁਰੂ ਜੀ ਦੇ ਚਿਹਰੇ ਵਰਗੀ ਸੀ ਸਾਹਿਬਜ਼ਾਦਾ ਜੀ ਦੀ। ਜਦੋਂ ਜੰਗ ਦੇ ਵਿੱਚ ਇੱਕ ਵਾਰੀ ਟੁੱਟ ਕਰਕੇ ਨਾ ਹੱਥ ਵਿਖਾਏ ਨਾ ਪੈ ਕਰਕੇ ਪੂਰੇ ਵੀਰ ਰਸ ਦੇ ਨਾਲ, ਉਦੋਂ ਇਹਨਾਂ ਮੁਸਲਿਆਂ ਨੂੰ ਲੱਗਿਆ, ਆਪਸ ਦੇ ਵਿੱਚ ਕਹਿਣ ਲੱਗੇ ਕਿ ਲੱਗਦਾ ਗੁਰੂ ਆਪ ਜੰਗ ਦੇ ਵਿੱਚ ਆ ਪਏ ਹੈ, ਲੱਗਦਾ ਕਲਗੀਧਰ ਪਾਤਸ਼ਾਹ ਆਪ ਜੰਗ ਕਰ ਰਹੇ ਹੈ, ਜਿਨ੍ਹਾਂ ਨੇ ਐਨੇ ਵੈਰੀ ਕੁਝ ਖਿਣਾਂ ਦੇ ਵਿੱਚ ਮਾਰ ਦਿੱਤੇ ਹੈ। ਸਾਧ ਸੰਗਤ ਜੀ ਜਿਵੇਂ ਇੱਕ ਮਗਰਮੱਛ ਸਮੁੰਦਰ ਵਿੱਚ ਜਾ ਕੇ ਇੱਕੋ ਵਾਰੀ ਹਲਾਚਲੀ ਮਚਾ ਦਿੰਦਾ ਜਾਂ ਸਾਰਾ ਪਾਣੀ ਇੱਧਰ ਉੱਧਰ ਕਰ ਦਿੰਦਾ, ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਜੰਗ ਦੇ ਵਿੱਚ ਪ੍ਰਵੇਸ਼ ਹੋਏ ਹੈ, ਉਦੋਂ ਸਾਰੇ ਮੁਸਲਮਾਨਾਂ ਦੇ ਵਿੱਚ 10 ਲੱਖ ਫੌਜ ਦੇ ਵਿੱਚ ਸਾਧ ਸੰਗਤ ਜੀ ਹਲਾਚਲੀ ਮਚ ਗਈ। ਸਾਰੀ ਫੌਜ ਇੱਧਰ ਉੱਧਰ ਹੋ ਗਈ ਕਿ ਕਿਹੜਾ ਸੂਰਮਾ ਜੰਗ ਕਰਨ ਵਾਸਤੇ ਨਿਕਲਿਆ ਗੜੀ ਦੇ ਵਿੱਚੋਂ। ਉਸ ਵੇਲੇ ਸਾਰੇ ਮੁਗਲ ਸਾਧ ਸੰਗਤ ਜੀ ਮਨ ਦੇ ਵਿੱਚ ਡਰ ਉੱਠਿਆ। ਸੋ ਇਸ ਤਰੀਕੇ ਦੇ ਨਾਲ ਜਿਹੜੇ ਪਠਾਨ ਹੈ ਉਹ ਸਾਧ ਸੰਗਤ ਜੀ ਵਿਚਾਰਾਂ ਕਰਦੇ ਆ ਕਿ ਲੱਗਦਾ ਸਤਿਗੁਰੂ ਜੀ ਆਪ ਆ ਪਏ ਨੇ। ਪਰ ਇਹਨਾਂ ਨੇ ਜਾ ਕੇ ਆਪਣੇ ਜਥੇਦਾਰ ਨੂੰ, ਪਿਛੇ ਵਜੀਦੇ ਨੂੰ ਦੱਸਿਆ, ਜਿਹੜਾ ਸਰਹੰਦ ਦੀ ਫੌਜ, ਲਾਹੌਰ ਦੀ ਫੌਜ ਲੈ ਕਰਕੇ ਜਥੇਦਾਰ ਇਹਨਾਂ ਦੇ ਆਏ ਹੋਏ ਸਨ ਮੋਹਰੀਕਾਰ, ਉਹਨਾਂ ਨੂੰ ਜਾ ਕੇ ਦੱਸਿਆ ਕਿ ਲੱਗਦਾ ਗੁਰੂ ਆਪ ਜੰਗ ਦੇ ਵਿੱਚ ਆ ਪਏ ਹੈ। ਉਹਨਾਂ ਨੇ ਧਿਆਨ ਦੇ ਨਾਲ ਜਦੋਂ ਬਾਬਾ ਜੀ ਨੂੰ ਵੇਖਿਆ, ਸਾਹਿਬਜ਼ਾਦਾ ਜੀ ਨੂੰ ਜੰਗ ਕਰਦਿਆਂ, ਕਹਿੰਦੇ ਇਹ ਕਲਗੀਧਰ ਪਾਤਸ਼ਾਹ ਨਹੀਂ, ਇਹ ਉਹਨਾਂ ਦੇ ਸੁਪੁੱਤਰ ਹੈ ਜਿਨ੍ਹਾਂ ਦਾ ਨਾਮ ਅਜੀਤ ਸਿੰਘ ਹੈ, ਤੇ ਇਹਨਾਂ ਦਾ ਨਾਮ ਦੇ ਅਰਥ ਹੀ ਇਹ ਹੈ ਕਿ ਇਹਨਾਂ ਨੇ ਰਣ ਦੇ ਵਿੱਚ ਉਹ ਜਿੱਤ ਕੇ ਜਾਣਾ ਹੈ। ਇਹ ਜਿੱਤਣ ਤੋਂ ਰਹਿਤ ਹਨ, ਇਹਨਾਂ ਨੇ ਵੈਰੀਆਂ ਨੂੰ ਜਿੱਤ ਕੇ ਜਾਣਾ ਹੈ। ਇਹ ਤੀਰ ਦੇ ਬੜੇ, ਤਲਵਾਰ ਦੇ ਬੜੇ ਜਿਹੜੇ ਧਾਰਨਧਾਰੀ ਹਨ, ਬੜੇ ਤਲਵਾਰ ਦੇ ਹੋਣਹਾਰ ਹਨ, ਤਲਵਾਰ ਨੂੰ ਚਲਾਉਣਾ ਬੜਾ ਜੰਗ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਜਾਣਦੇ ਹਨ, ਇਹਨਾਂ ਤੋਂ ਜਰਾ ਕੁ ਬਚ ਕੇ ਰਿਓ। ਉਸ ਵੇਲੇ ਸਾਧ ਸੰਗਤ ਜੀ ਇਹ ਵੈਰੀਆਂ ਨੂੰ ਇਮ ਪਠਾਨ ਯਾਰ ਮੁਗਲ ਪਰੇ, ਇਸ ਗੱਲ ਨੂੰ ਜਾਣ ਕਰਕੇ ਜਿਹੜੇ ਪਠਾਨ ਤੇ ਮੁਗਲ ਪੈ ਗਏ ਬਾਬਾ ਜੀ ਦੇ ਉੱਤੇ। ਜਨ ਪੁੰਜ ਮੁਨਾਰੇ, ਜਿਵੇਂ ਬਾਬਾ ਜੀ ਨੇ ਫਿਰ ਇਹਨਾਂ ਨੂੰ ਅੱਗੇ ਹੱਥ ਵਿਖਾਏ, ਕਵੀ ਜੀ ਕਹਿੰਦੇ ਮੰਨ ਲੈਣਾ ਕਰੋ, ਇੱਕ ਚੁਬਾਰੇ ਦਾ ਜਿਹੜਾ ਮੁਨਾਰਾ ਹੈ ਉਹ ਸਾਧ ਸੰਗਤ ਜੀ ਥੱਲੇ ਗਿਰਦਾ ਇੱਕੋ ਵਾਰੀ। ਐਵੇਂ ਬਾਬਾ ਜੀ ਆਪਣੀ ਤਲਵਾਰ ਦੇ ਨਾਲ ਇਹਨਾਂ ਦੇ ਧੜ ਜਿਹੜੇ ਕੱਟ ਕੇ ਸੁੱਟ ਰਹੇ ਹਨ। ਰਣ ਖੇਤ ਭਇਓ ਦਾਰੂਣ ਮਹਾ, ਇਸ ਪ੍ਰਕਾਰ ਰਣ ਦੇ ਜੰਗ ਦੇ ਵਿੱਚ ਭਿਆਨਕ ਦ੍ਰਿਸ਼ ਹੋ ਉਠਿਆ। ਲੋਥਨ ਪਰ ਲੋਥਾਂ ਗਿਰੀ, ਲੋਥਾਂ ਦੇ ਉੱਤੇ ਲੋਥਾਂ ਸਾਧ ਸੰਗਤ ਜੀ ਗਿਰੀਆਂ ਤੁਰੀਆਂ ਜਾ ਰਹੀਆਂ ਹਨ। ਬਹੁ ਘਾਵਨ ਤੇ ਭਕ ਤੁਰਦੋ, ਬਹੁਤੇ ਜ਼ਖਮਾਂ ਦੇ ਵਿੱਚੋਂ ਸਾਧ ਸੰਗਤ ਜੀ ਭਕ ਕਰਕੇ ਜਿਹੜਾ ਖੂਨ ਵਹਿ ਤੁਰਿਆ।
ਹੋਏ ਸਰੀਤਾ ਤਬ ਚੱਲ ਪਰੀ। ਮੰਨ ਲੈਣਾ ਕਰੋ ਕਿ ਖੂਨ ਦੀ ਨਦੀ ਜੰਗ ਦੇ ਵਿੱਚ ਚੱਲ ਪਈ ਹੋਵੇ। ਯਾ ਖੁਦਾਏ ਬੜ ਅਜਬ। ਜਿਹੜੇ ਮੁਸਲਮਾਨ ਹੈ ਉਹ ਉੱਤੇ ਨੂੰ ਹੱਥ ਕਰ ਕਰਕੇ ਐਦਾਂ ਕਹਿ ਰਹੇ ਆ ਕਿ ਯਾ ਖੁਦਾਏ, ਹੇ ਖੁਦਾ, ਬੜ ਅਜਬ। ਇਹ ਤਾਂ ਬੜੀ ਹੈਰਾਨ ਕਰਨ ਵਾਲੀ ਗੱਲ ਹੈ, ਬੜਾ ਅਜਬ ਹੋ ਉੱਠਿਆ ਹੈ। ਵਹਿਰ ਕੇ ਮਰਤ ਹਜ਼ਾਰੇ। ਸਾਡੇ ਜਿਹੜੇ ਸੂਰਮੇ ਵਾਰ ਹਨ, ਲੱਖਾਂ ਦੀ ਤਾਦਾਦ ਵਿੱਚ ਹਨ, ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਰਦੇ ਜਾ ਰਹੇ ਹੈ। ਚਮਕੌਰ ਦੀ ਗੜੀ ਦੇ ਵਿੱਚੋਂ ਇੱਕ ਸਿੰਘ ਨਿਕਲਦਾ ਆ ਤੇ ਸਵਾ ਲੱਖ ਨੂੰ ਮਾਰ ਕਰਕੇ ਸ਼ਹੀਦ ਹੁੰਦਾ ਹੈ। ਗ੍ਰਹਿ ਦੜਾਦੜ ਤੁਰਕ। ਇਸ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਦਾੜ ਕਰਦੇ ਤੁਰਕ ਜੰਗ ਦੇ ਵਿੱਚ ਡਿੱਗੀ ਤੁਰੇ ਜਾ ਰਹੇ ਹਨ। ਅਲਪ ਸਿੰਘਨ ਕਰ ਮਾਰੇ। ਥੋੜਿਆਂ ਸਿੰਘਾਂ ਨੇ ਸਾਧ ਸੰਗਤ ਜੀ ਬਹੁਤੇ ਤੁਰਕ ਮਾਰ ਸੁੱਟੇ। ਬੀਤੇ ਕੇਤਕ ਜਾਮ। ਕਿੰਨੇ ਹੀ ਪੈਰ ਕਵੀ ਜੀ ਕਹਿੰਦੇ ਬਤੀਤ ਹੋ ਗਏ। ਮਰਤ ਨਹਿ ਮਿਲਤ। ਇਹ ਸਾਧ ਸੰਗਤ ਜੀ ਮਰਦੇ ਨਹੀਂ ਸਿੰਘ ਇਹਨਾਂ ਨੂੰ ਮਿਲਦਿਆਂ ਹੋਇਆਂ। ਨਾ ਹਾਰਤ। ਇਹ ਹਾਰਦੇ ਨਹੀਂ ਸਿੰਘ ਇਸ ਜੰਗ ਦੇ ਵਿੱਚ। ਵਦ ਲਸ਼ਕਰ ਮੈਂ ਆਏ। ਇਸ ਤਰੀਕੇ ਦੇ ਨਾਲ ਫੌਜਾਂ ਦੇ ਵਿੱਚ ਚੜ ਕਰਕੇ ਆ ਰਹੇ ਹਨ। ਏਕ ਏਕ ਲਰਤ ਸਮੂਹ ਰਾਤ। ਇੱਕ ਸਿੰਘ ਸਾਧ ਸੰਗਤ ਜੀ ਸਵਾ ਲੱਖ ਦੇ ਨਾਲ ਲੜ ਕਰਕੇ ਮਰਦਾ ਹੈ, ਸ਼ਹੀਦੀ ਪਾਉਂਦਾ ਹੈ। ਮਿਲ ਕਹਿਤ ਬਾਤ ਇਤਿਆਦ। ਮਿਲ ਕਰਕੇ ਜਿਹੜੇ ਮੁਸਲਮਾਨ ਹੈ ਬਹੁਤੀਆਂ ਗੱਲਾਂ ਇਸ ਤਰੀਕੇ ਦੇ ਨਾਲ ਕਰਦੇ ਹਨ। ਲਸ਼ਕਰ ਬਿਸਮਿਓ ਹੋਏ ਰਹਿਓ। 10 ਲੱਖ ਦੀ ਫੌਜ ਮੁਸਲਮਾਨਾਂ ਦੀ ਬੜੀ ਹੈਰਾਨ ਹੋ ਰਹੀ ਹੈ। ਹਿਮ ਫਿਰੇ ਸਿੰਘ ਗੁਰ ਸੁਤ ਸਹਿਤ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਦੇ ਸੁਪੁੱਤਰ ਦੇ ਸਹਿਤ, ਬਾਬਾ ਅਜੀਤ ਸਿੰਘ ਜੀ ਦੇ ਸਹਿਤ ਨਾਲ ਸਿੰਘ ਜੰਗ ਦੇ ਵਿੱਚ ਫਿਰ ਰਹੇ ਹਨ। ਗਹਾ ਗਰਭ ਗਨ ਕੋ ਦਇਓ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਸਾਰੇ ਜੰਗ ਦੇ ਵਿੱਚ, ਸਾਰੇ ਲਸ਼ਕਰ ਦੇ ਵਿੱਚ ਇਹਨਾਂ ਨੇ ਗਾਹ ਪਾ ਦਿੱਤਾ ਇੱਕੋ ਵਾਰੀ। ਜੇਰ ਦਸਤ ਚਿਤ ਰਿਸਿਓ। ਜਿਹੜਾ ਇਹਨਾਂ ਦਾ ਸੂਬਾ ਹੈ ਜੇਰ ਦਸਤ, ਇਹਨਾਂ ਦਾ ਮੋਹਰੀਕਾਰ, ਉਹ ਚਿੱਤ ਦੇ ਵਿੱਚ ਵੇਖ ਕਰਕੇ ਬੜਾ ਗੁੱਸੇ ਹੋਇਆ। ਦੇਖ ਆਪਣੀ ਲਗਤਾਈ। ਆਪਣੀ ਨਿਉਣਤਾਈ ਹੁੰਦੀ ਹੋਈ ਵੇਖ ਕਰਕੇ ਹੇਠਾ ਘਾਲਿਓ ਮੱਡ। ਇਹਨਾਂ ਨੇ ਸਾਧ ਸੰਗਤ ਜੀ ਮੁਸਲਮਾਨਾਂ ਨੇ ਫਿਰ ਜੇਰ ਦਸਤ ਦੇ ਕਹਿਣ ਤੋਂ ਇੱਕ ਤਰੀਕੇ ਬੜੇ ਜ਼ੋਰ ਦੇ ਨਾਲ ਜਿਹੜਾ ਹੱਲਾ ਉਤਸ਼ਾਹ ਦੇ ਸਹਿਤ ਕੀਤਾ ਹੈ। ਬੋਲ ਬਹੁ ਧੂਮ ਮਚਾਈ। ਯਾ ਅੱਲਾ ਦੇ ਨਾਰੇ ਲਾਉਂਦਿਆਂ ਹੋਇਆਂ ਬਹੁਤੀ ਧੂਮ ਇਹਨਾਂ ਨੇ ਮਚਾਈ ਜੰਗ ਅੰਦਰ। ਚੱਲੀ ਤੁਪਕਨ ਗਿਣਤ। ਅਣਗਿਣਤੀ ਜਿਹੜੀਆਂ ਬੰਦੂਕਾਂ ਇਹਨਾਂ ਨੇ ਚਲਾਈਆਂ ਉਸ ਵੇਲੇ। ਲੱਗੀ ਸਿੰਘਨ ਤਨ ਆਈ। ਸਿੰਘਾਂ ਦੇ ਸਰੀਰਾਂ ਨੂੰ ਆ ਕਰਕੇ ਬੰਦੂਕਾਂ ਦੀਆਂ ਗੋਲੀਆਂ ਲੱਗੀਆਂ। ਭੀਜੇ ਧੁਰਰ ਸਰੀਰ। ਸਾਧ ਸੰਗਤ ਜੀ ਖੂਨ ਦੇ ਨਾਲ ਜਿਹੜਾ ਸਾਰਾ ਸਰੀਰ ਇਹਨਾਂ ਦਾ ਭਿੱਜ ਗਿਆ ਸਿੰਘਾਂ ਦਾ। ਚੀਰ ਲਾਲੀ ਉਗਰਾਈ। ਜਿਹੜੇ ਵਸਤਰ ਪਾਏ ਹੋਏ ਆ ਨਾ ਸਿੰਘਾਂ ਨੇ, ਬਾਣੇ ਪਾਏ ਹੋਏ, ਗੋਲੀਆਂ ਲੱਗਣ ਦੇ ਨਾਲ, ਖੂਨ ਸਰੀਰ ਦੇ ਵਿੱਚੋਂ ਨਿਕਲਣ ਦੇ ਨਾਲ ਸਾਰੇ ਜਿਹੜੇ ਵਸਤਰ ਹੈ ਲਾਲ ਰੰਗ ਦੇ ਹੋ ਗਏ ਹਨ। ਮਿਲ ਹੱਥਾ ਵਥ ਗਿਰ ਗਿਰ ਪਰਤ। ਫਿਰ ਸਾਧ ਸੰਗਤ ਜੀ ਹੱਥੋਂ ਹੱਥੀ ਹੋ ਕਰਕੇ ਇੱਕ ਦੂਜੇ ਨੂੰ ਮਾਰਦੇ ਆ ਤੇ ਧਰਤੀ ਦੇ ਉੱਤੇ ਮਰ ਕਰਕੇ ਗਿਰਦੇ ਹਨ। ਟੁੰਡ ਮੁੰਡ ਫੋੜਨ ਕਰਹਿ। ਇੱਕ ਦੂਜੇ ਦੇ ਮੂੰਹ ਸੀਸ ਸਾਧ ਸੰਗਤ ਜੀ ਭੰਨਣੇ ਕਰਦੇ ਆ। ਪੁੰਨ ਫਰਕ ਪਰਤ ਦਹਿ ਦਿਸਨ ਮਾਹੇ। ਫਿਰ ਦੋਹਾਂ ਦਿਸ਼ਾਵਾਂ ਦੇ ਵਿੱਚ ਸਾਧ ਸੰਗਤ ਜੀ ਫਰਕ ਪੈਂਦਾ। ਜਦੋਂ ਸੂਰਮੇ ਇੱਕ ਦੂਜੇ ਨੂੰ ਮਾਰ ਦਿੰਦੇ ਆ, ਉਦੋਂ ਜਿਹੜੇ ਸੂਰਮੇ ਮਰ ਜਾਂਦੇ ਆ ਉਹਨਾਂ ਦੇ ਵਿੱਚ ਫਰਕ ਪੈਂਦਾ, ਜਦੋਂ ਤੱਕ ਨਵੇਂ ਸੂਰਮੇ ਨਹੀਂ ਆਉਂਦੇ। ਰਾਸ ਧਰਤ ਇਤ ਉਤ ਟਰਹਿ। ਕਈ ਤਾਂ ਮੁਸਲਮਾਨ ਡਰਦੇ ਹੋਏ ਸਿੰਘਾਂ ਦੇ ਸ਼ਾਸਤਰਾਂ ਤੋਂ ਇੱਧਰ ਉੱਧਰ ਟਲ ਕਰਕੇ ਲੰਘ ਜਾਂਦੇ ਹਨ। ਕਰਹਿ ਸ਼ੀਗਰਤਾ ਅਧਿਕ। ਸਤਿਗੁਰੂ ਜੀ ਦਾ ਖਾਲਸਾ, ਸਤਿਗੁਰੂ ਜੀ ਦੇ ਸਿੰਘ ਬਹੁਤੀ ਸ਼ੀਗਰਤਾ ਛੇਤੀ ਕਰ ਰਿਹਾ ਜੰਗ ਅੰਦਰ। ਗੁਰੂ ਸੁਤ ਸਰ ਬਰਖਾਵੈ। ਸਤਿਗੁਰੂ ਜੀ ਦੇ ਹੋਣਹਾਰ ਸਾਹਿਬਜ਼ਾਦੇ ਇਹ ਵੀ ਤੀਰਾਂ ਦੀ ਵਰਖਾ ਕਰ ਰਹੇ। ਵੇਦਤ ਦੁਸ਼ਮਨ ਦੇ ਗਿਰੇ। ਦੁਸ਼ਮਣਾਂ ਦੇ ਜਿਹੜੇ ਸਰੀਰਾਂ ਨੂੰ ਬਿੰਨਦੇ ਜਾ ਰਹੇ ਇਹਨਾਂ ਦੇ ਤੀਰ ਤੇ ਉਹ ਧਰਤੀ ਦੇ ਉੱਤੇ ਡਿੱਗਦੇ ਜਾਂਦੇ ਆ। ਧਰ ਪਰ ਤਰਫਾਵੈ। ਧਰਤੀ ਦੇ ਉੱਤੇ ਡਿੱਗ ਕਰਕੇ ਮੁਸਲਮਾਨ ਤੜਫਦੇ ਆ, ਪਹਾੜੀਏ ਤੜਫਦੇ ਆ ਜਦੋਂ ਤੀਰ ਵੱਜਦੇ ਸਾਹਿਬਜ਼ਾਦਾ ਜੀ ਦੇ। ਤੱਕ ਤੱਕ ਗੁਲਕਾ ਹਤੈ ਨ। ਫਿਰ ਵੇਖ ਕਰਕੇ ਇਹਨਾਂ ਨੂੰ ਗੋਲੀਆਂ ਮਾਰਦੇ ਹਨ। ਨਹੀਂ ਕੋ ਲਾਗਤ ਪਾਵੈ। ਪਰ ਸਿੰਘਾਂ ਦੇ ਸਾਧ ਸੰਗਤ ਜੀ ਕੋਈ ਵੀ ਗੋਲੀ ਲੱਗ ਨਹੀਂ ਪਾ ਰਹੀ। ਕਰਹਿ ਚਲਾਕੀ ਚਰਨ। ਸਾਹਿਬਜ਼ਾਦਾ ਜੀ ਚਰਨਾਂ ਦੇ ਨਾਲ, ਆਪਣੇ ਚਰਨਾਂ ਦੇ ਨਾਲ ਚਲਾਕੀ ਕਰਦੇ ਆ, ਜੋ ਜੰਗ ਨੀਤੀ ਆ ਉਹਨੂੰ ਕਰਦੇ ਆ। ਚਹੁ ਦਿਸ਼ ਚਿਤਵ ਚਲਾਵੈ। ਚਾਰੇ ਦਿਸ਼ਾਵਾਂ ਨੂੰ ਆਪਣੀ ਨਿਗਾਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਚਲਾਉਂਦੇ ਆ, ਚਾਰੇ ਪਾਸੇ ਨਿਗਾਹ ਜੰਗ ਦੇ ਵਿੱਚ ਰੱਖਦੇ ਆ। ਰਨ ਖੇਤ
ਵਿਖੈਤ ਉਤ ਫਿਰਤ। ਇਸ ਤਰੀਕੇ ਦੇ ਨਾਲ ਜੰਗ ਵਾਲੇ ਮੈਦਾਨ ਦੇ ਵਿੱਚ ਇੱਧਰ ਉੱਧਰ ਫਿਰਦੇ ਆ, ਵੈਰੀਆਂ ਨੂੰ ਮਾਰਦੇ। ਆਦਤ ਦੌਰਤ ਛਤਰ ਹੱਥ। ਫਿਰ ਸਾਧ ਸੰਗਤ ਜੀ ਛਾਲਾਂ ਮਾਰਦੇ ਹੋਏ, ਘੋੜੇ ਦੀਆਂ ਛਾਲਾਂ ਮਰਾਉਂਦੇ ਹੋਏ ਵੈਰੀਆਂ ਨੂੰ ਮਾਰਦੇ ਆ। ਸਭ ਕਰਤ ਬਿਲੋਕਨ ਜੰਗ ਕੋ। ਸਾਰੇ ਦੇਵਤੇ, ਸਾਰੀ ਲੋਕਾਈ, ਸਾਰੇ ਮੁਸਲਮਾਨਾਂ ਦੇ ਜਿਹੜੇ ਸੂਬੇ ਐ, ਇਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜੰਗ ਦੇਖ ਰਹੇ ਆ ਸਾਰੇ ਖੜ ਕਰਕੇ। ਹੋਤ ਅਚੰਭੈ ਮਹਿਤ। ਬਹੁਤਾ ਹੀ ਸਾਧ ਸੰਗਤ ਜੀ ਇਹਨਾਂ ਦੇ ਹਿਰਦੇ ਵਿੱਚ ਹੈਰਾਨਗੀ ਹੁੰਦੀ ਹੈ ਕਿ ਵੇਖੋ ਕਿੰਨੀ ਛੋਟੀ ਜੀ ਉਮਰ ਹੈ ਤੇ ਕਿੰਨਾ ਫਰਤੀਲਾ ਇਹਨਾਂ ਦਾ ਸਰੀਰ, ਕਿਸ ਤਰੀਕੇ ਦੇ ਨਾਲ ਵੈਰੀਆਂ ਨੂੰ ਵੱਢਦੇ ਤੁਰੀ ਜਾਂਦੇ ਆ। ਨਿਕੁਟਿਓ ਤਬੈ ਨਿਖੰਗ। ਉਸ ਵੇਲੇ ਸਾਧ ਸੰਗਤ ਜੀ ਜਿਹੜਾ ਇਹਨਾਂ ਦਾ ਫਿਰ ਪੜਦੇ ਨਿਖੁਟਿਓ ਤਬੈ ਨਿਖੰਗ। ਉਸ ਵੇਲੇ ਸਾਧ ਸੰਗਤ ਜੀ ਜਿਹੜਾ ਨਿਖੰਗ ਤੀਰਾਂ ਵਾਲਾ ਪੱਥਾ ਹੈ ਉਹ ਜਿਹੜਾ ਖਾਲੀ ਹੋ ਗਿਆ ਹੈ। ਬਾਣ ਸਭ ਦਿਏ ਚਲਾਈ। ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਸਾਰੇ ਬਾਣ ਤੀਰ ਪੱਥੇ ਵਿੱਚੋਂ ਚਲਾ ਦਿੱਤੇ। ਕੋਪ ਨਾ ਹੋਇਓ ਸ਼ਾਂਤ। ਫਿਰ ਵੀ ਜਿਹੜਾ ਵੀਰ ਰਸ ਸਾਹਿਬਜ਼ਾਦਾ ਜੀ ਦਾ ਸ਼ਾਂਤ ਨਹੀਂ ਹੋਇਆ। ਫੇਰ ਦੁਸ਼ਟਨ ਖੁਆਈ। ਇਹਨਾਂ ਦੁਸ਼ਟਾਂ ਦੀ ਖੁਟਿਆਈ ਵੇਖ ਕਰਕੇ ਵੀਰ ਰਸ ਹਜੇ ਸ਼ਾਂਤ ਨਹੀਂ ਹੋਇਆ ਹੈ। ਗਈ ਸਾਂਗ ਕਰ ਵਿਖੈ। ਉਸ ਵੇਲੇ ਸਾਧ ਸੰਗਤ ਜੀ ਬਰਸ਼ੀ ਸਾਹਿਬਜ਼ਾਦਾ ਜੀ ਨੇ ਆਪਣੇ ਹੱਥਾਂ ਦੇ ਵਿੱਚ ਫੜ ਲਈ। ਦੌਰ ਕਰ ਅੰਗ ਪਰੋਏ। ਭੱਜ ਭੱਜ ਕਰਕੇ ਇਹਨਾਂ ਮੁਸਲਮਾਨਾਂ ਦੇ ਸਰੀਰਾਂ ਵਿੱਚ ਮਾਰਦੇ ਆ ਤੇ ਸਰੀਰ ਵਿੰਨ ਸੁੱਟਦੇ ਆ। ਸੀਖ ਮਾਸ ਜਿਮ ਵੇਦ। ਕਵੀ ਜੀ ਦ੍ਰਿਸ਼ਟਾਂਤ ਦਿੰਦੇ ਆ, ਕਹਿੰਦੇ ਜਿਵੇਂ ਇੱਕ ਸੀਖ ਦੇ ਨਾਲ ਛੱਲੀ ਭੁੰਨੀ ਦੀ ਹੈ, ਛੱਲੀ ਦੇ ਵਿੱਚ ਸੀਖ ਪਾ ਕਰਕੇ ਤੇ ਛੱਲੀ ਭੁੰਨੀ ਦੀ ਹੈ, ਜਾਂ ਫਿਰ ਸੀਖ ਦੇ ਵਿੱਚ ਮਾਸ ਪਾ ਕਰਕੇ ਉਹ ਮਾਸ ਅੱਗ ਦੇ ਉੱਤੇ ਭੁੰਨੀ ਦਾ। ਅਗਨ ਪਰ ਭੁੰਜਤ ਕੋਏ। ਜਿਵੇਂ ਕੋਈ ਸਾਧ ਸੰਗਤ ਜੀ ਅੱਗ ਦੇ ਉੱਤੇ ਮਾਸ ਭੁੰਨ ਰਿਹਾ ਹੋਵੇ ਸੀਖ ਦੇ ਵਿੱਚ ਪਾ ਕਰਕੇ। ਗਨ ਮਾਰ ਮਾਰ ਗੇਰਤ ਫਿਰਤ। ਜਿਵੇਂ ਸਾਹਿਬਜ਼ਾਦਾ ਜੀ ਸਾਧ ਸੰਗਤ ਜੀ ਸੀਖ ਦੀ ਨਿਆਈ ਹਨ, ਇਹ ਜਿਹੜੇ ਮੁਸਲਮਾਨ ਹੈ ਇਹਨਾਂ ਦੇ ਉੱਤੇ ਜਦੋਂ ਆ ਕੇ ਪੈਂਦੇ ਆ ਤੇ ਉਸੇ ਵੇਲੇ ਮਰ ਜਾਂਦੇ ਆ। ਇਸ ਤਰੀਕੇ ਦੇ ਨਾਲ ਬਹੁਤੇ ਮੁਸਲਮਾਨਾਂ ਨੂੰ ਮਾਰਦੇ ਹੋਏ ਫਿਰ ਰਹੇ ਜੰਗ ਅੰਦਰ ਵੀਰ ਰਸ ਦੇ ਵਿੱਚ। ਔਰਤ ਛਾਤੀ ਤੁੰਡ ਅਰ। ਸਾਧ ਸੰਗਤ ਜੀ ਮਾਰ ਮਾਰ ਕਰਕੇ ਬਰਸ਼ੀ ਛਾਤੀ ਭੰਨਦੇ ਆ ਤੇ ਸਿਰ ਉਹਨਾਂ ਦੇ ਭੰਨਦੇ ਆ। ਇਮ ਪਾਏ ਧੂਮ ਰਣ ਭੂਮ ਮਹਿ। ਇਸ ਤਰੀਕੇ ਦੇ ਨਾਲ ਐਸੀ ਕਹਿੰਦੀ ਧੂਮ ਮਚਾ ਦਿੱਤੀ ਜੰਗ ਦੇ ਅੰਦਰ। ਕਵੀ ਜੀ ਦੱਸਦੇ ਹਨ, ਕਾਇਲ ਘੂਮਤ ਝੂਰ ਗਿਰ। ਜਿਹੜੇ ਮੁਸਲਮਾਨ ਹੈ ਜਾਂ ਪਹਾੜੀਆਂ ਦੀ ਫੌਜ ਦੇ ਹਨ, ਉਹ ਜ਼ਖਮ ਖਾ ਖਾ ਕਰਕੇ, ਘਮੇਟਣੀਆਂ ਖਾ ਕੇ ਜੰਗ ਦੇ ਵਿੱਚ ਡਿੱਗਦੇ ਆ। ਇੱਕ ਤੁਰਕਨ ਕਰ ਜੋਰ। ਵੇਖ ਕਰਕੇ ਤੁਰਕਾਂ ਦਾ ਜ਼ੋਰ। ਆਏ ਚਹੁ ਫੇਰ। ਆਏ ਹਨ ਸਾਧ ਸੰਗਤ ਜੀ ਚੌਵਾਂ ਦਿਸ਼ਾਵਾਂ ਤੋਂ। ਮਾਰ ਮਾਰ ਕਰ ਰੋਰ ਸਭਨ। ਸਾਰਿਆਂ ਨੇ ਸਾਧ ਸੰਗਤ ਜੀ ਸਾਹਿਬਜ਼ਾਦਾ ਜੀ ਨੂੰ ਘੇਰ ਲਿਆ ਤੇ ਮਾਰ ਲੋ ਇਵੇਂ ਰੋਲਾ ਪਾ ਰਹੇ। ਤਬ ਸ਼ਸਤਰ ਹਰਤਨ ਕੀਏ। ਸਾਰਿਆਂ ਨੇ ਉਸ ਵੇਲੇ ਸਾਹਿਬਜ਼ਾਦਾ ਜੀ ਦੇ ਵੱਲ ਨੂੰ ਸ਼ਸਤਰ ਚਲਾਉਣਾ ਕੀਤੇ। ਪੰਚੋ ਸਿੰਘਨ ਦੇਖ ਸੰਗ। ਪੰਜ ਸਿੰਘ ਹਨ ਜਿਹੜੇ ਨਾਲ ਉਹਨਾਂ ਨੇ ਵੇਖਿਆ ਹੈ। ਗੁਰ ਸੁਤ ਕੋ ਗਹਿ ਗਏ। ਸਤਿਗੁਰੂ ਜੀ ਦੇ ਸੁਪੁੱਤਰ ਦੇ ਨਾਲ ਇਹ ਵੀ ਜੰਗ ਲੜ ਰਹੇ ਨਾਲ ਹੋ ਕੇ। ਪਹੁੰਚਤ ਹੱਥ ਹਥਿਆਰ। ਪਰ ਸਾਧ ਸੰਗਤ ਜੀ ਜਿਹੜੇ ਹਥਿਆਰ ਹੈ ਸਾਹਿਬਜ਼ਾਦਾ ਜੀ ਦੇ ਕੋਲ ਨਹੀਂ ਪਹੁੰਚ ਰਹੇ ਨਾ ਮੁਸਲਮਾਨਾਂ ਦੇ। ਪੁੰਨ ਕੀ ਦਿਸ਼ ਕੋ ਲਹਿ। ਵੈਰੀਆਂ ਦੀ ਦਿਸ਼ਾ ਦੇ ਵੱਲ ਨੂੰ ਹਥਿਆਰ ਲਹਿ ਲਹਿ ਕਰਕੇ ਫੜ ਫੜ ਕਰਕੇ ਜਾਂਦੇ ਹਨ। ਕਰ ਕਰਾ ਚੋਲ ਸਾਂਗਨ ਧਰੇ। ਇਸ ਤਰੀਕੇ ਦੇ ਨਾਲ ਆਪਣੇ ਹੱਥਾਂ ਦੇ ਵਿੱਚ ਕਿਰਪਾਨਾਂ ਬਰਸ਼ੀਆਂ ਸਿੰਘਾਂ ਨੇ ਫੜੀਆਂ ਹਨ। ਅਦਕ ਸ਼ੀਗਰਤਾ ਧਰਤ ਰਣ। ਬਹੁਤੀ ਕਾਲੀ ਜੰਗ ਦੇ ਵਿੱਚ ਧਾਰਨ ਕਰਦੇ ਐ। ਜਨ ਨਿਰਭੈ ਕਹਿਰੀ। ਫਿਰਤ ਹੈ ਕਹਿੰਦੇ ਜਿਵੇਂ ਸਾਧ ਸੰਗਤ ਜੀ ਨਿਰਭੈ ਹੋ ਕਰਕੇ, ਭੈ ਤੋਂ ਰਹਿਤ ਹੋ ਕਰਕੇ ਕੇਰੀ ਸ਼ੇਰ ਜੰਗਲ ਦੇ ਵਿੱਚ ਫਿਰਦਾ ਹੈ। ਮਸਤ ਦੁਰਦ ਕੋ ਦੇਖ ਗਣੇ। ਜਿਵੇਂ ਹਾਥੀ ਜੰਗਲ ਦੇ ਵਿੱਚ ਤੁਰਿਆ ਹੋਵੇ ਤੇ ਸ਼ੇਰ ਸਾਧ ਸੰਗਤ ਜੀ ਉਧਰ ਮਗਰ ਪੈ ਜਾਂਦਾ ਤੇ ਹਾਥੀ ਡਰਦਾ ਭੱਜਦਾ ਇੱਧਰ ਉੱਧਰ ਹੁੰਦਾ ਹੈ। ਇਵੇਂ ਸਾਹਿਬਜ਼ਾਦਾ ਜੀ ਸਾਧ ਸੰਗਤ ਜੀ ਸ਼ੇਰ ਦੀ ਨਿਆਈ ਜੰਗਲ ਰੂਪੀ ਮੈਦਾਨ, ਜੰਗ ਵਾਲੇ ਮੈਦਾਨ ਦੇ ਵਿੱਚ ਫਿਰ ਰਹੇ ਹਨ। ਤੇ ਹਾਥੀਆਂ ਦੀ ਨਿਆਈ ਜਿਹੜੇ ਮੁਸਲਮਾਨ ਹੈ ਇਹ ਇੱਧਰ ਉੱਧਰ ਹੁੰਦੇ ਹਨ ਟਲ ਕੇ, ਡਰ ਕੇ ਸਾਹਿਬਜ਼ਾਦਾ ਜੀ ਤੋਂ। ਤਬ ਅਜੀਤ ਸਿੰਘ ਵੀਰ। ਉਦੋਂ ਵੀਰ ਬਹਾਦਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਸਾਂਗ ਕਰ ਧਰ ਵਿਚਰੰਤਾ। ਸਾਂਗ ਭਾਵ ਬਰਸ਼ੀ ਆਪਣੇ ਹੱਥ ਦੇ ਵਿੱਚ ਫੜ ਕਰਕੇ ਜੰਗ ਦੇ ਵਿੱਚ ਵਿਚਰ ਰਹੇ ਆ ਨਿਰਭੈ ਹੋ ਕਰਕੇ। ਮਨੋ ਘਟਾ ਵਿੱਚ ਦੀਪ ਹੈ। ਕਵੀ ਜੀ ਕਹਿੰਦੇ ਮੰਨ ਲੈਣਾ ਕਰੋ ਜਿਵੇਂ ਬਿਜਲੀ ਬੱਦਲਾਂ ਦੇ ਵਿੱਚ ਕੜਕਦੀ ਹੈ। ਚੰਚਲਾ
ਚੰਚਲਾ ਚਮਕ ਸੁਭਤਾ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਚੰਚਲਤਾਈ ਦੇ ਸਹਿਤ ਸਾਹਿਬਜ਼ਾਦਾ ਜੀ ਬਰਸ਼ੀ ਨੂੰ ਫੜ ਕਰਕੇ ਜੰਗ ਦੇ ਵਿੱਚ ਘੁੰਮ ਰਹੇ ਹਨ ਤੇ ਜਿਵੇਂ ਬਿਜਲੀ ਬੱਦਲਾਂ ਦੇ ਵਿੱਚ ਉਹ ਚਮਕਦੀ ਹੈ, ਸਾਹਿਬਜ਼ਾਦਾ ਜੀ ਦੀ ਬਰਸ਼ੀ ਐਵੇਂ ਸਾਧ ਸੰਗਤ ਜੀ ਚਮਕਾ ਮਾਰ ਰਹੀ ਜੰਗ ਮੈਦਾਨ ਦੇ ਅੰਦਰ। ਜਿਸਕੇ ਮਾਰ ਧਸਾਏ, ਜਿਹਦੇ ਮਾਰਦੇ ਹਨ ਬਰਸ਼ੀ ਉਹਦੇ ਸਰੀਰ ਵਿੱਚ ਧਸਾ ਹੀ ਦਿੰਦੇ ਹਨ। ਸ਼ੀਘਰ ਹੀ ਤਿਸ ਉਥ ਲੰਤਾ। ਛੇਤੀ ਦੇ ਨਾਲ ਹੀ ਸਾਧ ਸੰਗਤ ਜੀ ਉਸ ਸੂਰਮੇ ਦੇ ਸਰੀਰ ਨੂੰ ਪਲਟਾ ਕਰਕੇ ਸੁੱਟ ਦਿੰਦੇ ਬਰਸ਼ੀ ਨਾਲ। ਲੇਤ ਨਿਕਾਸ ਪ੍ਰਕਾਸ਼। ਇਸ ਤਰੀਕੇ ਦੇ ਨਾਲ ਮਹਾਭਾਵ ਬਹੁਤਾ ਪ੍ਰਕਾਸ਼ ਸਾਧ ਸੰਗਤ ਜੀ ਕੱਢਦੇ ਆ ਬਰਸ਼ੀ ਦੇ ਵਿੱਚੋਂ। ਮਹਾ ਬਲ ਕਰ ਬਲਵੰਤਾ। ਬਹੁਤੇ ਬਲ ਦੇ ਨਾਲ ਬਲ ਵਾਲੇ ਜਿਹੜੇ ਬਾਬਾ ਅਜੀਤ ਸਿੰਘ ਜੀ ਹਨ, ਬਰਸ਼ੀ ਮਾਰ-ਮਾਰ ਕਰਕੇ ਬੈਰੀਆਂ ਦੇ ਢਿੱਡ ਵਿੱਚ ਉਹਨਾਂ ਨੂੰ ਨਾਸ਼ ਕਰ ਰਹੇ ਹਨ। ਇੱਕ ਭੱਟ ਬਖਤਰੋ ਸਹਿਤ। ਇੱਕ ਸੂਰਮਾ ਸਾਧ ਸੰਗਤ ਜੀ ਬਖਤਰ ਦੇ ਸਹਿਤ ਸੰਜੋਗ ਦੇ ਸਹਿਤ ਸਜਿਆ ਹੋਇਆ। ਮਰਤ ਹੈ ਸਾੰਗ ਧਸਾਈ। ਉਸ ਦੇ ਸਰੀਰ ਵਿੱਚ ਸਾਹਿਬਜ਼ਾਦਾ ਜੀ ਨੇ ਜਿਹੜੀ ਬਰਸ਼ੀ ਆ ਮਾਰ ਕਰਕੇ ਧਸਾ ਦਿੱਤੀ, ਸੰਜੋਗ ਨੇ ਪਹਿਨੀ ਹੈ ਸਰੀਰ ਤੇ। ਰਹੀ ਨਾ ਅਟਕੀ ਕਹੂੰ। ਕਿਤੇ ਵੀ ਸਾਧ ਸੰਗਤ ਜੀ ਬਰਸ਼ੀ ਜਿਹੜੀ ਅਟਕੀ ਨਹੀਂ, ਸਿੱਧੀ ਉਹਦੇ ਸਰੀਰ ਵਿੱਚ ਧਸ ਗਈ। ਓਜ ਤੇ ਪਾਰ ਪਰਾਈ। ਬੜੇ ਬਲ ਦੇ ਨਾਲ ਬਰਸ਼ੀ ਉਹਦੇ ਸਰੀਰ ਵਿੱਚੋਂ ਪਾਰ ਲੰਘਾ ਦਿੱਤੀ ਸਾਹਿਬਜ਼ਾਦਾ ਜੀ ਨੇ। ਲੱਗਿਓ ਨਿਕਾਸਨ ਪੁਨਹ। ਫਿਰ ਉਸ ਬਰਸ਼ੀ ਨੂੰ ਵਾਪਸ ਜਦੋਂ ਕੱਢਣ ਲੱਗੇ ਆ, ਟੂਟ ਕਰ ਅਰਧ ਰਹੀ ਕਰ। ਉਦੋਂ ਜਿਹੜੀ ਬਰਸ਼ੀ ਹੈ ਨਾ ਸਾਧ ਸੰਗਤ ਜੀ, ਉਹਦਾ ਬਰਸ਼ੀ ਦਾ ਫਲ ਉਹ ਸੰਜੋਗ ਦੀ ਇੱਕ ਕਣੀ ਦੇ ਵਿੱਚ ਫਸ ਕਰਕੇ ਵਿੱਚ ਹੀ ਉਸ ਸੂਰਮੇ ਦੇ ਸਰੀਰ ਵਿੱਚ ਰਹਿ ਗਿਆ ਤੇ ਸਾਹਿਬਜ਼ਾਦਾ ਜੀ ਦੇ ਹੱਥ ਵਿੱਚ ਕੱਲਾ ਹੀ ਡੰਡਾ ਰਹਿ ਗਿਆ ਬਰਸ਼ੀ ਦਾ। ਤਤ ਛਿਨ ਤਿਸ ਕੋ ਡਾਰ। ਉਸ ਨੂੰ ਸਾਧ ਸੰਗਤ ਜੀ ਟੁੱਟੀ ਹੋਈ ਬਰਸ਼ੀ ਨੂੰ, ਟੁੱਟੇ ਹੋਏ ਡੰਡੇ ਨੂੰ ਬਾਬਾ ਜੀ ਨੇ ਜੰਗ ਦੇ ਵਿੱਚ ਸੁੱਟ ਦਿੱਤਾ ਹੈ। ਪਰੀ ਕਟ ਨਾਗਨ ਸੀ ਧਰ। ਕਵੀ ਜੀ ਕਹਿੰਦੇ ਮੰਨ ਲੈਣਾ ਕਰੋ ਜਿਵੇਂ ਇੱਕ ਸਪਣੀ ਜਾਂ ਇੱਕ ਸੱਪ, ਇੱਕ ਨਾਗਣੀ ਬਹੁਤਿਆਂ ਜਣਿਆਂ ਨੂੰ ਡਸ ਕਰਕੇ ਮਾਰ ਕਰਕੇ ਤੇ ਕੱਟ ਵੱਢ ਹੋ ਕਰਕੇ ਧਰਤੀ ਦੇ ਉੱਤੇ ਡਿੱਗ ਪਵੇ। ਬਾਬਾ ਜੀ ਦੀ ਬਰਸ਼ੀ ਸਾਧ ਸੰਗਤ ਜੀ ਇਸ ਤਰ੍ਹਾਂ ਡਿੱਗੀ ਪਈ ਹੈ ਜੰਗ ਮੈਦਾਨ ਅੰਦਰ। ਬਹੁ ਡਸ ਡਸ ਛਤਰ ਨਿਬੇਰ। ਬਹੁਤੇ ਬੈਰੀਆਂ ਨੂੰ ਡਸ ਡਸ ਕਰਕੇ ਨਿਬੇੜ ਕਰਕੇ ਉਹਨਾਂ ਦਾ ਖਾਤਮਾ ਕਰ ਕਰਕੇ ਹਰ ਅਰਧ ਰਹੀ ਵਿੱਚ ਹੈ ਬਰੀ। ਉਦੋਂ ਸਾਧ ਸੰਗਤ ਜੀ ਅੱਧੀ ਬਰਸ਼ੀ ਦਾ ਜਿਹੜਾ ਫਲ ਹੈ ਉਹ ਤਾਂ ਸੂਰਮੇ ਦੇ ਸਰੀਰ ਵਿੱਚ ਹੀ ਰਹਿ ਗਿਆ, ਦੁਸ਼ਮਣ ਦੇ ਸਰੀਰ ਅੰਦਰ। ਗਨ ਦੁਰਜਨ ਢਿੱਗ ਹੋਏ। ਫਿਰ ਸਾਧ ਸੰਗਤ ਜੀ ਜਿਹੜੇ ਵੈਰੀ ਹੈ ਬਾਬਾ ਜੀ ਦੇ ਲਾਗੇ ਹੋਏ ਹਨ, ਵਾਰ ਕਰ ਤਮਰ ਤੀਰ ਤਰਾਤਰੀ। ਇਸ ਤਰੀਕੇ ਦੇ ਨਾਲ ਛੇਤੀ ਤਰ੍ਹਾਂ ਸਾਧ ਸੰਗਤ ਜੀ ਤੀਰਾਂ ਦੇ ਬਰਸ਼ਿਆਂ ਦੇ ਬਾਰੇ ਦੁਸ਼ਮਣ ਕਰ ਰਹੇ। ਲੱਗੇ ਅੰਗ ਮਹਿ ਘਾਵ। ਉਦੋਂ ਸਾਧ ਸੰਗਤ ਜੀ ਸਰੀਰ ਦੇ ਅੰਗਾਂ ਦੇ ਵਿੱਚ ਜ਼ਖਮ ਹੋ ਗਏ। ਰੁਦਰ ਬਹਿ ਧੀਰਗ ਚਾਲਾ। ਸਾਹਿਬਜ਼ਾਦਾ ਜੀ ਦੇ ਸਰੀਰ ਵਿੱਚੋਂ ਬਹੁਤਾ ਖੂਨ ਚੱਲ ਪਿਆ। ਭਿਜੋ ਸਰਬ ਸਰੀਰ। ਸਾਰਾ ਸਰੀਰ ਸਾਹਿਬਜ਼ਾਦਾ ਜੀ ਦਾ ਖੂਨ ਦੇ ਨਾਲ ਭਿੱਜ ਉੱਠਿਆ। ਚੀਰ ਰੰਗੇ ਤਤਕਾਲਾ। ਸਾਰੇ ਵਸਤਰ ਜਿਹੜਾ ਚੋਲਾ ਆ ਸਾਧ ਸੰਗਤ ਜੀ ਲਾਲ ਰੰਗ ਦੇ ਨਾਲ ਰੰਗਿਆ ਗਿਆ। ਮਨੋ ਤੁਰਤ ਰੰਗ ਰੇਜ। ਮੰਨ ਲੈਣਾ ਕਰੋ ਕਵੀ ਜੀ ਕਹਿੰਦੇ ਜਿਵੇਂ ਕੋਈ ਰੰਗਣ ਵਾਲਾ ਰੰਗਾਰੀ ਹੈ, ਉਹਨੇ ਛੇਤੀ ਦੇ ਨਾਲ ਹੀ ਕੋਈ ਵਸਤਰ ਰੰਗ ਦਿੱਤਾ ਹੋਵੇ। ਰੰਗ ਕਰ ਪਟ ਪਹਿਰਾਏ। ਜਿਵੇਂ ਉਹਨੇ ਰੰਗ ਕਰਕੇ ਲਾਲ ਰੰਗ ਕਰਕੇ ਸਾਹਿਬਜ਼ਾਦਾ ਜੀ ਨੂੰ ਵਸਤਰ ਪਹਿਨਾ ਦਿੱਤੇ ਹੋਣ, ਇਵੇਂ ਸਾਧ ਸੰਗਤ ਜੀ ਸਾਰੇ ਵਸਤਰ ਖੂਨ ਦੇ ਨਾਲ ਭਿੱਜ ਗਏ। ਸ਼੍ਰੋਣ ਪਿਖਿਓ ਹਰ ਖੰਤ। ਆਪਣੇ ਸਰੀਰ ਦੇ ਉੱਤੇ ਖੂਨ ਪਿਆ ਹੋਇਆ ਵੇਖ ਕਰਕੇ, ਸਾਰੇ ਵਸਤਰ ਖੂਨ ਦੇ ਨਾਲ ਭਿੱਜੇ ਹੋਏ ਵੇਖ ਕਰਕੇ ਸਾਹਿਬਜ਼ਾਦਾ ਜੀ ਸਾਧ ਸੰਗਤ ਜੀ ਬੜੇ ਚਾਅ ਦੇ ਵਿੱਚ ਆਏ ਹਨ। ਆਜ ਧਰਮ ਛਤਰੀ ਪਾਏ। ਮਨ ਦੇ ਵਿੱਚ ਵਿਚਾਰ ਕਰਦੇ ਆ ਕਿ ਅੱਜ ਅਸੀਂ ਛਤਰੀਆਂ ਵਾਲਾ ਜਿਹੜਾ ਧਰਮ ਹੈ ਪ੍ਰਾਪਤ ਕਰ ਲਿਆ ਹੈ। ਤਹਿ ਛਿਨ ਚੌਦਿਸ਼ ਰਿਪੁਰ ਲਖੇ। ਉਸ ਵੇਲੇ ਚੌਹਾਂ ਦਿਸ਼ਾਵਾਂ ਦੇ ਵੇਖ ਕਰਕੇ ਇਹਨਾਂ ਨੇ ਵੈਰੀ ਆਪਣੇ ਉੱਤੇ ਆਏ ਹੋਏ ਜਾਣੇ। ਖੜਗ ਮਿਆਨ ਤੇ ਕਾਢ। ਸਾਧ ਸੰਗਤ ਜੀ ਆਪਣੇ ਮਿਆਨ ਦੇ ਵਿੱਚੋਂ ਫਿਰ ਕਿਰਪਾਨ ਕੱਢ ਲਈ। ਗਨ ਕਾਟ ਕਾਟ ਗੇਰੇ ਧਰਨ। ਬਹੁਤੇ ਜਿਹੜੇ ਦੁਸ਼ਮਣ ਐ ਕੱਟ ਕੱਟ ਕਰਕੇ ਧਰਤੀ ਦੇ ਉੱਤੇ ਗੇਰ ਸੁੱਟੇ। ਤੱਛਾ ਮੁੱਛ ਤਨ ਤਨਕ ਕੀਏ। ਕੱਟ ਵੱਢ ਕਰਕੇ ਸਾਧ ਸੰਗਤ ਜੀ ਕਿੰਨੇ ਵੈਰੀ ਇਹਨਾਂ ਨੇ ਗੇਰ ਦਿੱਤੇ ਧਰਤੀ ਤੇ। ਉੱਤੇ ਸਿੰਘ ਲੜ ਪੰਚ। ਉਧਰ ਜਿਹੜੇ ਪੰਜ ਸਿੰਘ ਲੜਦੇ ਹੋਏ ਸੈਂਕੜੇ ਮਾਰ ਮਰੇ ਰਣ। ਸੈਂਕੜਿਆਂ ਦੁਸ਼ਮਣਾਂ ਨੂੰ ਮਾਰਦੇ ਹੋਏ ਰਣ ਦੇ ਵਿੱਚ ਸ਼ਹੀਦੀ ਪਾ ਗਏ। ਇਤ ਅਜੀਤ ਸਿੰਘ ਰੁਪਿਓ। ਇੱਧਰ ਬਾਬਾ ਅਜੀਤ ਸਿੰਘ ਜੀ ਵੀਰ ਰਸ ਦੇ ਸਹਿਤ ਹਨ। ਖੜਗ ਤੇ ਕਾਟ ਰਿਪਨ
ਆਪਣੀ ਤਲਵਾਰ ਦੇ ਨਾਲ ਬਹੁਤੇ ਵੈਰੀ ਇਹਨਾਂ ਨੇ ਕੱਟੇ ਹਨ। ਰੁਦਰ ਵਿਖੇ ਪਰ ਰਹੇ। ਮੰਨ ਲੈਣਾ ਕਰੋ, ਕਵੀ ਜੀ ਕਹਿੰਦੇ ਸਾਰੇ ਵੈਰੀ ਜਦੋਂ ਕੱਟ ਕਰਕੇ ਸੁੱਟ ਦਿੱਤੇ ਹੈ ਨਾ, ਖੂਨ ਦੀ ਤਾਂ ਉੱਥੇ ਨਦੀ ਵਹਿ ਤੁਰੀ ਜੰਗ ਮੈਦਾਨ ਅੰਦਰ। ਇਹ ਸਾਰੇ ਸਾਧ ਸੰਗਤ ਜੀ ਵੈਰੀ ਦੁਸ਼ਮਣ ਖੂਨ ਦੇ ਵਿੱਚ ਹੀ ਲੰਮੇ ਪਏ ਹਨ ਮਰ ਕਰਕੇ। ਮਨੋ ਸ਼ਰਮ ਤੇ ਸੁਪਤਾਏ। ਕਵੀ ਜੀ ਸਾਧ ਸੰਗਤ ਜੀ ਦ੍ਰਿਸ਼ਟਾਂਤ ਦਿੰਦੇ ਆ ਕਿ ਮੰਨ ਲੈਣਾ ਕਰੋ ਜਿਹੜੇ ਜੰਗ ਦੇ ਵਿੱਚ ਸੂਰਮੇ ਹਨ, ਇਹ ਮੰਨ ਲਓ ਵੀ ਧਰਤੀ ਦੇ ਉੱਤੇ ਸੁੱਤੇ ਪਏ ਹਨ। ਲਾਲ ਵਿਛੋਣ ਵਿਛਾਏ। ਇਹ ਲਾਲ ਰੰਗ ਦਾ ਵਿਛੋਣਾ ਇਹਨਾਂ ਨੇ ਆਪਣੇ ਥੱਲੇ ਵਿਛਾਇਆ ਹੋਇਆ। ਮਹਾ ਛਬ ਤੇ ਸੁਖ ਪਾਏ। ਇਸ ਤਰੀਕੇ ਦੇ ਨਾਲ ਸੂਰਮੇ ਜੰਗ ਦੇ ਵਿੱਚ ਸ਼ਹੀਦੀ ਪਾ ਕਰਕੇ ਸ਼ੋਭਾ ਪਾ ਰਹੇ ਹਨ। ਕਹਿ ਲੱਗੋ ਬਰਨ ਕਰ ਯੁੱਧ ਕੋ। ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿੱਥੋਂ ਤੱਕ ਅਸੀਂ ਯੁੱਧ ਦਾ ਵਰਣਨ ਕਰਕੇ ਦਸੀਏ ਤੁਹਾਨੂੰ। ਲਿਖੋ ਗ੍ਰੰਥ ਬਦਤੇ ਡਰਤ। ਜੇ ਕਹਿੰਦੇ ਲਿਖੀ ਚੱਲੀਏ ਨਾ ਯੁੱਧ ਦਾ ਵਰਣਨ, ਸਾਹਿਬਜ਼ਾਦਾ ਜੀ ਨੇ ਜਿੰਨਾ ਯੁੱਧ ਕੀਤਾ ਜੇ ਦਾ ਵਰਣਨ ਲਿਖੀ ਚੱਲੀਏ ਤਾਂ ਕਿੰਨਾ ਹੀ ਜਿਹੜਾ ਗ੍ਰੰਥ ਸਾਧ ਸੰਗਤ ਜੀ ਵੱਧ ਜਾਵੇਗਾ। ਜਿਮ ਕਰਿਓ ਗੁਰ ਸੁਤ ਜੋਜ ਤੇ। ਜਿਵੇਂ ਸਤਿਗੁਰੂ ਜੀ ਦੇ ਸੁਪੁੱਤਰਾਂ ਨੇ ਜੰਗ ਕੀਤਾ ਹੈ, ਨਹਿ ਮਾਰਿਓ ਕਿਸ ਤੇ ਮਰਤ। ਕਿਸੇ ਦੇ ਕੋਲੋਂ ਵੀ ਸਾਹਿਬਜ਼ਾਦਾ ਜੀ ਸਾਧ ਸੰਗਤ ਜੀ ਮਾਰਿਆ ਹੋਇਆ ਮਰ ਨਹੀਂ ਰਹੇ ਜੰਗ ਅੰਦਰ। ਜਿਸ ਦਿਸ਼ ਪਰ ਹੈ ਧਾਏ। ਜਿੱਧਰ ਦੀ ਦਿਸ਼ਾ ਨੂੰ ਭੱਜ ਕਰਕੇ ਪੈਂਦੇ ਹਨ। ਰਹਿ ਨਹਿ ਭਾਜਤ ਹੈ। ਸਾਧ ਸੰਗਤ ਜੀ ਕੋਈ ਵੀ ਇਹਨਾਂ ਦੇ ਅੱਗੇ ਅੜਦਾ ਨਹੀਂ, ਸਾਰੇ ਮੁਸਲਮਾਨ ਇਹਨਾਂ ਤੋਂ ਡਰਦੇ ਹੋਏ ਭੱਜਦੇ ਹਨ। ਯਤਨ ਕਰਹਿ ਸਮੁਦਾਏ। ਸਾਰੇ ਯਤਨ ਕਰਦੇ ਇਹਨਾਂ ਨੂੰ ਮਾਰਨ ਦਾ। ਹੁਤ ਹੈ ਕਿਮ ਫਿਰਤ। ਵਿਚਾਰ ਕਰਦੇ ਆ ਦੁਸ਼ਮਣ ਕੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਜੰਗ ਮੈਦਾਨ ਅੰਦਰ ਸ਼ਹੀਦ ਕਰ ਦਈਏ। ਗੁਲਕਾ ਲੱਗੈ ਨਾ ਕੋਏ। ਗੋਲੀਆਂ ਵੀ ਸਾਧ ਸੰਗਤ ਜੀ ਸਾਹਿਬਜ਼ਾਦਾ ਨੂੰ ਕੋਈ ਨਹੀਂ ਲੱਗ ਰਹੀ। ਖੜਗ ਲੋ ਪਹੁੰਚ ਨਾ ਦੇਤੰ। ਤੇ ਇਹਨਾਂ ਵੈਰੀਆਂ ਦੀਆਂ ਜਿਹੜੀਆਂ ਕਿਰਪਾਨਾਂ ਹੈ, ਇਹ ਸਾਹਿਬਜ਼ਾਦਾ ਅਜੀਤ ਸਿੰਘ ਜੀ ਆਪਣੇ ਸਰੀਰ ਲਾਗੇ ਪਹੁੰਚਣ ਹੀ ਨਹੀਂ ਦਿੰਦੇ। ਮਾਰ ਮਾਰ ਕਰ ਵੀਰ। ਮਾਰ ਮਾਰ ਕਰਕੇ ਸੂਰਮਿਆਂ ਨੂੰ ਸਾਧ ਸੰਗਤ ਜੀ ਸੁੱਟੀ ਜਾ ਰਹੇ ਐ। ਕਰਿਓ ਸ਼ੰਕਰ ਬਹੁ ਖੇਤੰ। ਇਸ ਤਰੀਕੇ ਦੇ ਨਾਲ ਭਿਆਨਕ ਜੰਗ ਸਾਧ ਸੰਗਤ ਜੀ ਮੈਦਾਨ ਅੰਦਰ ਕੀਤਾ। ਕਰ ਕਰਾ ਚੋਲ ਜਬ ਟੂਟ। ਜਦੋਂ ਸਾਧ ਸੰਗਤ ਜੀ ਇੰਨਾ ਭਿਆਨਕ ਇੰਨਾ ਲੰਮਾ ਸਮਾਂ ਜੰਗ ਕਰਦਿਆਂ ਹੋਇਆ ਜਿਹੜੀ ਹੱਥਾਂ ਦੇ ਵਿੱਚ ਕਿਰਪਾਨ ਫੜੀ ਹੋਈ ਸੀ, ਉਹ ਸਾਹਿਬਜ਼ਾਦਾ ਜੀ ਦੀ ਸਾਧ ਸੰਗਤ ਜੀ ਅੱਧ ਵਿੱਚੋਂ ਟੁੱਟ ਗਈ। ਜਮਧਰ ਲਈ ਨਿਕਾਸ ਕਰ। ਫਿਰ ਜਮਦਰ ਜਿਹੜਾ ਸਾਧ ਸੰਗਤ ਜੀ ਜਮਦਰ ਆਪਣੇ ਕਮਰ ਕੱਸੇ ਦੇ ਵਿੱਚੋਂ ਖੰਜਰ ਜਿਹੜਾ ਕੱਢ ਲਿਆ। ਇੱਕ ਹੁੱਤੋ ਪਾਲਕੀ ਕੇ ਵਿਖੈ। ਇੱਕ ਸਾਧ ਸੰਗਤ ਜੀ ਕਵੀ ਜੀ ਕਹਿੰਦੇ ਪਾਲਕੀ ਦੇ ਵਿੱਚ ਇਹਨਾਂ ਦਾ ਸੂਬਾ ਸੀ, ਭਾਵ ਮੋਹਰੀਕਾਰ ਸੀ ਮੁਸਲਮਾਨਾਂ ਦਾ। ਦੂਰ ਹੈ ਦੇਖਤ ਦ੍ਰਿਸ਼ਟ ਧਰ। ਦੂਰ ਤੋਂ ਸਾਹਿਬਜ਼ਾਦਾ ਜੀ ਨੇ ਆਪਣੀ ਨਿਗਾਹ ਦੇ ਨਾਲ ਇਹਨੂੰ ਵੇਖ ਲਿਆ ਹਾਥੀ ਤੇ ਬੈਠਿਆਂ। ਅਨਵਰ ਖਾਨ ਨਵਾਬ। ਜਿਹਦਾ ਨਾਮ ਸਾਧ ਸੰਗਤ ਜੀ ਅਨਵਰ ਖਾਨ ਨਵਾਬ ਹੈ। ਕਾਹੇ ਕੀ ਦਿਸ਼ ਤਬ ਦੌਰ। ਉਸ ਦੀ ਦਿਸ਼ਾ ਵੱਲ ਨੂੰ ਤਦੋਂ ਭੱਜ ਕਰਕੇ ਸਾਹਿਬਜ਼ਾਦਾ ਜੀ ਨੇ ਕਰੀ ਸ਼ੀਗਰਤਾ ਅਧਿਕ ਬਹੁਤੀ ਸ਼ੀਗਰਤਾ ਜਿਹੜੀ ਕਾਲੀ ਕੀਤੀ ਹੈ। ਜਾਏ ਪਹੁੰਚੇ ਦਿਸ ਠੋਰੇ। ਜਾ ਕੇ ਅਨਵਰ ਖਾਨ ਦੇ ਕੋਲ ਪਹੁੰਚ ਗਏ ਹਨ। ਉਦਰ ਪੁਸ਼ਟ ਮੈਂ ਨਹੀਂ। ਸਾਧ ਸੰਗਤ ਜੀ ਉਹਦੇ ਢਿੱਡ ਦੇ ਵਿੱਚ ਬੜੇ ਬਲ ਦੇ ਨਾਲ ਜਿਹੜਾ ਖੰਜਰ ਮਾਰਿਆ ਹੈ। ਫੌਜ ਤੇ ਬਹੁ ਚੰਚਕ ਝੋਰੇ। ਬੜੇ ਬਲ ਦੇ ਨਾਲ ਉਹਦੇ ਢਿੱਡ ਵਿੱਚ ਖੰਜਰ ਮਾਰ ਕਰਕੇ ਤੇ ਝਕੋੜ ਦਿੱਤਾ, ਇਹਨੂੰ ਘੁਮਾ ਦਿੱਤਾ ਖੰਜਰ ਵਿੱਚ ਉਹਦੇ ਢਿੱਡ 'ਚ। ਜਿਤ ਕਿਤ ਤੇਰੇ ਆਏ। ਉਸ ਵੇਲੇ ਸਾਧ ਸੰਗਤ ਜੀ ਜਿੱਧਰੋਂ ਕਿਧਰੋਂ ਵੀ ਜਿਹੜੇ ਮੁਸਲਮਾਨ ਚੜ ਕੇ ਰਿਕਰ ਕੇ ਸਾਹਿਬਜ਼ਾਦਾ ਜੀ ਦੇ ਵੱਲ ਆ ਗਏ। ਘੇਰ ਲੀਸਨ ਚੋਰੇ। ਚੌਹਾਂ ਦਿਸ਼ਾਵਾਂ ਤੋਂ ਸਾਹਿਬਜ਼ਾਦਾ ਜੀ ਨੂੰ ਸਾਧ ਸੰਗਤ ਜੀ ਘੇਰ ਲਿਆ ਇਹਨਾਂ ਨੇ। ਇਸ ਵਿਦ ਗੁਰ ਨੰਦਨ ਲਰਿਓ। ਇਸ ਤਰੀਕੇ ਦੇ ਨਾਲ ਸਾਹਿਬਜ਼ਾਦਾ ਜੀ ਦੇ ਕੋਲ ਸਾਰੇ ਸ਼ਾਸਤਰ ਸਾਧ ਸੰਗਤ ਜੀ ਉਸ ਵੇਲੇ ਸਮਾਪਤ ਹੋ ਗਏ। ਕਵੀ ਜੀ ਕਹਿੰਦੇ ਐਸੀ ਸੂਰਮਤਾਈ ਦੇ ਨਾਲ ਸਾਹਿਬਜ਼ਾਦਾ ਜੀ ਲੜੇ ਹਨ। ਜੇ ਅਜੀਤ ਸਿੰਘ ਨਾਮ। ਜਿਨ੍ਹਾਂ ਦਾ ਬਾਬਾ ਅਜੀਤ ਸਿੰਘ ਨਾਮ ਹੈ। ਸੋ ਜਸ ਜਗਤ ਮਹਿ ਪ੍ਰਗਟ ਭਾ। ਸੋ ਜਸ ਕਹਿੰਦੇ ਇਹਨਾਂ ਦਾ ਸ੍ਰੇਸ਼ਟ ਜਸ ਜਗਤ ਦੇ ਵਿੱਚ ਕਹਿੰਦੇ ਹੁਣ ਤੱਕ ਪ੍ਰਗਟ ਹੈ। ਪੁੰਨ ਪਹੁੰਚੇ ਹਰ ਧਾਮ। ਫਿਰ ਸਾਧ ਸੰਗਤ ਜੀ ਜਦੋਂ ਵੈਰੀ ਬਹੁਤੇ ਚੜ ਕਰਕੇ ਚੌਹਾਂ ਦਿਸ਼ਾਵਾਂ ਤੋਂ ਇਹਨਾਂ ਨੂੰ ਘੇਰ ਲਿਆ, ਸਾਹਿਬਜ਼ਾਦਾ ਜੀ ਨੂੰ ਬੜੀਆਂ ਗੋਲੀਆਂ ਇਹਨਾਂ ਦੇ ਸਰੀਰ ਉੱਤੇ ਵੱਜੀਆਂ। ਉਸ ਵੇਲੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਿਆਂ ਹੋਇਆਂ ਸੱਚਖੰਡ ਨੂੰ ਚਾਲਾ ਮਾਰਿਆ ਸਾਹਿਬਜ਼ਾਦਾ ਜੀ ਨੇ। ਉਸ ਵੇਲੇ ਸਾਧ ਸੰਗਤ ਜੀ ਉਹ ਤੋਂ ਪਹਿਲਾਂ ਜਦੋਂ ਸਿੰਘ ਸ਼ਹੀਦ ਹੁੰਦੇ ਸੀ ਨਾ,
ਤੇ ਜਿਹੜੇ ਗੜੀ ਵਿੱਚ ਸਿੰਘ ਖੜੇ ਹੁੰਦੇ ਸਨ ਬਾਕੀ, ਉਹ ਜਕਾਰਾ ਛੱਡਿਆ ਕਰਦੇ ਜਦੋਂ ਕੋਈ ਸਿੰਘ ਸ਼ਹੀਦ ਹੁੰਦਾ। ਤੇ ਇੱਧਰ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋਏ ਹਨ, ਸਾਰੇ ਸਿੰਘ ਖੜੇ ਹਨ ਗੁਮਟੀ ਦੇ ਵਿੱਚ ਬੈਠ ਕਰਕੇ। ਕਲਗੀਧਰ ਪਾਤਸ਼ਾਹ ਜੀ ਇਸ ਜੰਗ ਨੂੰ ਆਪ ਦੇਖ ਰਹੇ ਕਿ ਸਾਡਾ ਸਾਹਿਬਜ਼ਾਦਾ ਕਿਵੇਂ ਵੀਰਤਾਈ ਦੇ ਨਾਲ, ਬਹਾਦਰਤਾਈ ਦੇ ਨਾਲ ਜੰਗ ਲੜ ਰਿਹਾ। ਜਦੋਂ ਸਾਹਿਬਜ਼ਾਦਾ ਜੀ ਸ਼ਹੀਦ ਹੋਏ, ਸਾਧ ਸੰਗਤ ਜੀ ਕਿਸੇ ਸਿੰਘ ਤੋਂ ਜਕਾਰਾ ਨਾ ਛੱਡਿਆ ਗਿਆ। ਵਿਰਾਗ ਦੇ ਨਾਲ ਗਲ ਭਰ ਆਇਆ ਇਸ ਵਿਚਾਰ ਨੂੰ ਵਿਚਾਰਦਿਆਂ ਹੋਇਆਂ ਕਿ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸੁਪੁੱਤਰ ਨੂੰ ਜੰਗ ਦੇ ਵਿੱਚ ਤੋਰਿਆ ਹੈ। ਜਦੋਂ ਸਾਧ ਸੰਗਤ ਜੀ ਜੰਗ ਨੂੰ ਤੋਰਨ ਲੱਗੇ ਸਨ ਨਾ ਸਾਹਿਬਜ਼ਾਦਾ ਜੀ ਨੂੰ, ਉਦੋਂ ਬਾਕੀ ਸਿੰਘਾਂ ਨੇ ਮਨਾ ਕੀਤਾ ਕਿ ਸਾਹਿਬਜ਼ਾਦਾ ਜੀ ਤੁਸੀਂ ਨਾ ਜੰਗ ਨੂੰ ਜਾਓ, ਤੁਸੀਂ ਮਹਾਰਾਜ ਦੇ ਸੁਪੁੱਤਰ ਹੋ। ਤੇ ਸਾਹਿਬਜ਼ਾਦਾ ਜੀ ਕਹਿਣ ਲੱਗੇ ਕਿ ਤੁਸੀਂ ਸਾਨੂੰ ਸੂਰਮਤਾਈ ਤੋਂ ਘਟਾ ਰਹੇ ਹੋ, ਸਾਡੀ ਸੂਰਮਤਾਈ ਨੂੰ ਸਗੋਂ ਉਛਾਲਾ ਦਿਓ, ਉਤਸ਼ਾਹ ਦਿਓ। ਸਾਧ ਸੰਗਤ ਜੀ ਜਦੋਂ ਸਾਹਿਬਜ਼ਾਦਾ ਜੀ ਸ਼ਹੀਦ ਹੋਏ ਜੰਗ ਦੇ ਅੰਦਰ, ਉਸ ਵੇਲੇ ਕਿਸੇ ਸਿੰਘ ਤੋਂ ਜਕਾਰਾ ਨਾ ਛੱਡਿਆ ਗਿਆ। ਕਲਗੀਧਰ ਪਾਤਸ਼ਾਹ ਪ੍ਰੀਤਮ ਸਤਿਗੁਰੂ ਜੀ ਨੇ ਆਪ ਸਾਧ ਸੰਗਤ ਜੀ ਗੜੀ ਦੇ ਵਿੱਚ ਬੈਠਿਆ ਹੋਇਆ ਜ਼ੋਰ ਦੇ ਨਾਲ ਜਕਾਰਾ ਛੱਡਿਆ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਤੁਸੀਂ ਮਹਾਰਾਜ ਜੀ ਇੱਕ ਸਾਹਿਬਜ਼ਾਦਾ ਸਾਡਾ ਆਪਣੇ ਲੇਖੇ ਲਾ ਲਿਆ, ਧਰਮ ਦੇ ਲੇਖੇ ਲਾ ਲਿਆ। ਇੰਨੇ ਨੂੰ ਸਾਧ ਸੰਗਤ ਜੀ ਬਾਬਾ ਜੁਝਾਰ ਸਿੰਘ ਜੀ ਆਣ ਖਲੋਤੇ, ਜਿਨ੍ਹਾਂ ਦੀ ਆਜੂ 11 ਸਾਲ ਹੈ ਉਮਰ, ਤੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਗਰੀਬ ਨਵਾਜ ਜੀ ਵੱਡਾ ਵੀਰ ਗਿਆ ਜੰਗ ਨੂੰ, ਹੁਣ ਸਾਨੂੰ ਵੀ ਆਗਿਆ ਦਿਓ ਮਹਾਰਾਜ ਜੀ। ਮੈਂ ਆਪ ਜੀ ਦੀ ਫੌਜ ਦਾ ਨੰਨਾ ਜਿਹਾ ਸਿਪਾਹੀ ਆ, ਛੋਟਾ ਸਿਪਾਹੀ ਆ, ਜਿੰਨਾ ਕੁ ਮਹਾਰਾਜ ਜੀ ਆਪ ਬਲ ਬਖਸ਼ੋ ਮੈਂ ਵੀ ਵੈਰੀਆਂ ਨੂੰ ਨਾਸ਼ ਕਰਾਂ। ਉਸ ਵੇਲੇ ਸਾਧ ਸੰਗਤ ਜੀ ਬਾਬਾ ਜੁਝਾਰ ਸਿੰਘ ਵੀ ਸਿੰਘਾਂ ਦੇ ਨਾਲ ਜੰਗ ਜਾ ਕੇ ਲੜੇ ਹਨ। ਇਹਨਾਂ ਨੇ ਵੀ ਬੜਾ ਲੰਮਾ ਸਮਾਂ ਸੂਰਮਤਾਈ ਦੇ ਨਾਲ, ਬਹਾਦਰਤਾਈ ਦੇ ਨਾਲ ਜੰਗ ਲੜਿਆ। ਜਦੋਂ ਇਹ ਸਾਧ ਸੰਗਤ ਜੀ ਜੰਗ ਦੇ ਵਿੱਚ ਸ਼ਹੀਦ ਹੋਏ, ਉਦੋਂ ਵੀ ਕਲਗੀਧਰ ਪਾਤਸ਼ਾਹ ਜੀ ਨੇ ਆਪ ਜਕਾਰਾ ਛੱਡਿਆ, ਸਿੰਘਾਂ ਦੇ ਕੋਲੋਂ ਜਕਾਰਾ ਨਾ ਛੱਡਿਆ ਗਿਆ ਕਿ ਮਹਾਰਾਜ ਨੇ ਆਪਣੇ ਸੁਪੁੱਤਰ ਇਸ ਜੰਗ ਦੇ ਵਿੱਚ ਸ਼ਹੀਦ ਕਰਵਾ ਲਏ ਹਨ। ਤਾਂ ਸਾਧ ਸੰਗਤ ਜੀ ਰਾਤ ਪੈ ਗਈ ਹੈ ਜੰਗ ਕਰਦਿਆਂ। ਅੱਜ ਕਲਗੀਧਰ ਪਾਤਸ਼ਾਹ ਜੀ ਨੇ ਦੋਵੇਂ ਲੱਖ ਤੇ ਜਿਗਰ ਆਪਣੇ ਸ਼ਹੀਦ ਕਰਾ ਦਿੱਤੇ ਹਨ। ਕਿਹਦੇ ਕਰਕੇ? ਸਾਡੇ ਕਰਕੇ, ਖਾਲਸੇ ਦੇ ਕਰਕੇ, ਧਰਮ ਨੂੰ ਬਚਾਉਣ ਕਰਕੇ ਮਹਾਰਾਜ ਨੇ ਸਾਹਿਬਜ਼ਾਦੇ ਸ਼ਹੀਦ ਕਰਵਾਏ। ਜਦੋਂ ਸਾਧ ਸੰਗਤ ਜੀ ਰਾਤਰੀ ਪਈ ਹੈ, 40 ਦੇ 40 ਸਿੰਘ ਜਿਹੜੇ ਸ਼ਹੀਦ ਹੋ ਗਏ ਹਨ ਜਿਹੜੀ ਚਮਕੌਰ ਦੀ ਗੜੀ ਦੇ ਅੰਦਰ, ਤੇ ਬਾਕੀ ਸਿੰਘ ਸਾਧ ਸੰਗਤ ਜੀ ਜਿਹੜੇ ਬਚੇ ਐ 40 ਤੋਂ ਹਜੇ ਘੱਟ ਸ਼ਹੀਦ ਹੋਏ ਸਨ, ਤੇ ਬਾਕੀ 5 ਸਿੰਘ ਹਜੇ ਬਚੇ ਸਨ। ਭਾਈ ਮਾਨ ਸਿੰਘ ਜੀ, ਭਾਈ ਸੰਤ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਦਇਆ ਸਿੰਘ ਜੀ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਸਾਹਿਬਜ਼ਾਦਾ ਜੀ ਤੇ ਪੰਜਾਂ ਪਿਆਰਿਆਂ ਦੇ ਵਿੱਚੋਂ ਦੂਸਰੇ ਭਾਈ ਸਾਹਿਬ ਸਿੰਘ ਜੀ ਦਾ ਸਾਧ ਸੰਗਤ ਜੀ ਪਹਿਲਾਂ ਸ਼ਹੀਦ ਹੋ ਗਏ। ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ, ਇਹ 5 ਸਿੰਘ ਉਸ ਵੇਲੇ ਮਹਾਰਾਜ ਦੇ ਕੋਲ ਚੱਲ ਕੇ ਗਏ ਕਿ ਮਹਾਰਾਜ ਜੀ ਤੁਸੀਂ ਹੁਣ ਗੜੀ ਨੂੰ ਛੱਡ ਦਿਓ, ਇਸ ਗੜੀ ਨੂੰ ਤਿਆਗ ਕਰਕੇ ਚਲੇ ਜਾਵੋ। ਤਾਂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਖਾਲਸਾ ਜੀ ਇਹ ਤੁਸੀਂ ਕੀ ਬਚਨ ਕਹਿ ਰਹੇ ਹੋ? ਅਸੀਂ ਹੁਣ ਸਵੇਰੇ ਆਪ ਤੁਰਕਾਂ ਦੇ ਨਾਲ ਜੰਗ ਕਰਾਂਗੇ, ਆਪ ਤੁਰਕਾਂ ਨੂੰ ਮਾਰਾਂਗੇ। ਜਦੋਂ ਦਿਨੇ ਸਾਧ ਸੰਗਤ ਜੀ ਜੰਗ ਹੋ ਰਿਹਾ ਸੀ, ਮਹਾਰਾਜ ਜੀ ਮੌਂਟੀ ਦੇ ਵਿੱਚ ਬੈਠੇ ਹੁੰਦੇ ਸਨ, ਤਾਂ ਜਿੱਧਰ ਮਹਾਰਾਜ ਜੀ ਵੇਖਦੇ ਕਿ ਸਿੰਘਾਂ ਤੇ ਫੌਜ ਇਹ ਮੁਸਲਮਾਨ ਜ਼ਿਆਦੇ ਭਾਰੂ ਪੈ ਰਹੇ, ਸਤਿਗੁਰੂ ਜੀ ਆਪਣੇ ਧਨੁੱਖ ਦੇ ਵਿੱਚ ਇੱਕ ਤੀਰ ਚੜਾਉਂਦੇ ਐ ਤੇ ਗਰੀਬ ਨਵਾਜ ਜੀ ਐਸਾ ਤੀਰ ਛੱਡਦੇ ਜਿਹੜਾ ਤੀਰ ਸਾਧ ਸੰਗਤ ਜੀ 10-10 ਹਜ਼ਾਰ ਦੁਸ਼ਮਣ ਦੇ ਵਿੱਚੋਂ ਲੰਘ ਕਰਕੇ ਵੀ ਉਸ ਤੀਰ ਨੂੰ ਖੂਨ ਨਹੀਂ ਲੱਗਦਾ। 10,000 ਦੁਸ਼ਮਣ ਦੇ ਵਿੱਚੋਂ ਲੰਘ ਕਰਕੇ ਵੀ ਸਾਧ ਸੰਗਤ ਜੀ ਫੇਰ ਤੀਰ ਅੱਗੇ ਲੰਘੀ ਜਾ ਰਿਹਾ ਮੁਸਲਮਾਨਾਂ ਦੇ ਵਿੱਚੋਂ, ਦੁਸ਼ਮਣਾਂ ਦੇ ਵਿੱਚੋਂ। ਜਦੋਂ ਮਹਾਰਾਜ ਨੇ 5-7 ਤੀਰ ਏਦਾਂ ਛੱਡੇ ਨਾ, 60-70 ਹਜ਼ਾਰ ਫੌਜ ਮਹਾਰਾਜ ਨੇ 6-7 ਤੀਰਾਂ ਦੇ ਨਾਲ ਨਿਬੇੜ ਦਿੱਤੀ। ਉਦੋਂ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਰਹਿਮ ਕਰੋ ਕੋਈ ਮੁਸਲਮਾਨਾਂ ਤੇ। ਗਰੀਬ ਨਵਾਜ ਜੀ ਇਹ ਤੁਸੀਂ ਕੀ ਕਰ ਰਹੇ ਹੋ? ਇਹ ਮਹਾਰਾਜ ਜੀ ਕਰਾਮਾਤ ਵਿਖਾ ਰਹੇ ਹੋ। ਸਤਿਗੁਰੂ ਜੀ ਕਹਿੰਦੇ ਇਹ ਕਰਾਮਾਤ ਨਹੀਂ, ਇਹ ਸਾਡੀ ਤੀਰਕਬਾਜੀ ਦਾ, ਧਨੁਸ਼ ਦਾ ਜਿਹੜਾ ਅਭਿਆਸ ਹੈ, ਇਹ ਸਾਡਾ ਅਭਿਆਸ ਹੀ। ਇੰਨਾ ਇੱਥੇ ਕਰਾਮਾਤ ਕੋਈ ਨਹੀਂ ਜੰਗ ਦੇ ਅੰਦਰ। ਤਾਂ ਗਰੀਬ ਨਵਾਜ ਜੀ ਨੂੰ ਸਾਧ ਸੰਗਤ ਜੀ ਸਿੰਘਾਂ ਨੇ ਬੇਨਤੀ ਕੀਤੀ ਕਿ ਤੁਸੀਂ ਹੁਣ ਚਮਕੌਰ ਦੀ ਗੜੀ ਮਹਾਰਾਜ ਜੀ ਉਹ ਛੱਡ ਦਿਓ। ਤਾਂ ਸਤਿਗੁਰੂ ਜੀ ਮੰਨੇ ਨਾ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਆਪ ਜੰਗ ਕਰਾਂਗੇ ਸਵੇਰੇ। ਸਿੰਘ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਜੰਗ ਵਿੱਚ ਸ਼ਹੀਦ ਹੁੰਦੇ ਹੋ ਤਾਂ ਪਿੱਛੋਂ ਸਿੱਖ ਪੰਥ ਨੂੰ ਕੌਣ ਸਾਂਭੇਗਾ?
ਜੇ ਅਸੀਂ ਮਹਾਰਾਜ ਜੀ ਸ਼ਹੀਦ ਹੋ ਜਾਈਏ ਤਾਂ ਤੁਸੀਂ ਤਾਂ ਪਿਛੋਂ ਸਾਰੀ ਸਿੱਖ ਪੰਥ ਦੀ ਡੋਰ ਜਿਹੜੀ ਸਾਂਭ ਲਵੋਗੇ। ਆਪ ਕਿਰਪਾ ਕਰੋ ਮਹਾਰਾਜ ਜੀ, ਗੜੀ ਦੇ ਵਿੱਚੋਂ ਚਲੇ ਜਾਓ। ਗਰੀਬ ਨਵਾਜ ਜੀ ਸਾਧ ਸੰਗਤ ਜੀ ਮੰਨੇ ਨਾ। ਪੰਜਾਂ ਸਿੰਘਾਂ ਨੇ ਫਿਰ ਹੁਕਮ ਕੀਤਾ, ਮਹਾਰਾਜ ਜੀ ਤੁਸੀਂ ਆਖਿਆ ਕਿ ਗੁਰੂ ਖਾਲਸਾ ਖਾਲਸਾ ਗੁਰੂ, ਸਤਿਗੁਰੂ ਜੀ ਸਾਡਾ ਹੁਕਮ ਹੈ, ਅਸੀਂ ਹੁਕਮ ਤਾਂ ਆਪ ਜੀ ਨੂੰ ਨਹੀਂ ਕਰ ਸਕਦੇ। ਬੇਨਤੀ ਹੈ ਗਰੀਬ ਨਵਾਜ ਜੀ, ਹੁਕਮ ਕਰਨ ਵਾਲੇ ਅਸੀਂ ਕੌਣ ਹੁੰਨੇ ਆ। ਪਰ ਮਹਾਰਾਜ ਜੀ ਆਪ ਜੀ ਨੇ ਖਾਲਸੇ ਨੂੰ ਇਹ ਹੱਕ ਬਖਸ਼ਿਆ ਆ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਗੜੀ ਨੂੰ ਛੱਡ ਦਿਓ। ਸਾਧ ਸੰਗਤ ਜੀ ਸਿੰਘਾਂ ਦਾ ਬਚਨ ਮੰਨ ਕਰਕੇ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਉੱਥੇ ਚਮਕੌਰ ਦੀ ਗੜੀ ਵਿੱਚ ਗੁਰਿਆਈ ਦਿੱਤੀ। ਗਰੀਬ ਨਵਾਜ ਜੀ ਨੇ ਆਪਣੀ ਕਲਗੀ ਲਾਹ ਕਰਕੇ ਸਿੰਘਾਂ ਨੂੰ ਦਿੱਤੀ, ਆਪਣੇ ਬਸਤਰ ਬਾਣਾ ਲਾਹ ਕਰਕੇ ਸਿੰਘਾਂ ਦੇ ਅੱਗੇ ਰੱਖ ਦਿੱਤਾ। ਮਹਾਰਾਜ ਜੀ ਕਹਿੰਦੇ ਕਿ ਅਸੀਂ ਹੁਣ ਇੱਥੋਂ ਗੜੀ ਦੇ ਵਿੱਚੋਂ ਐਦਾਂ ਨਹੀਂ ਨਿਕਲਣਾ, ਅਸੀਂ ਇਹਨਾਂ ਮੁਗਲਾਂ ਨੂੰ ਲਲਕਾਰ ਕਰਕੇ ਤੇ ਫਿਰ ਗੜੀ ਤਿਆਗਣੀ ਹੈ। ਸਤਿਗੁਰੂ ਗਰੀਬ ਨਵਾਜ ਜੀ ਨੇ ਅੱਧੀ ਰਾਤ ਨੂੰ ਸਾਧ ਸੰਗਤ ਜੀ ਇਸ ਗੱਲ ਦਾ ਨਾਅਰਾ ਲਾਉਂਦਿਆਂ ਹੋਇਆਂ ਗੜੀ ਦੇ ਵਿੱਚੋਂ ਤਾੜੀ ਮਾਰਦਿਆਂ ਹੋਇਆਂ, ਜਿੱਥੇ ਤਾੜੀ ਸਾਹਿਬ ਗੁਰਦੁਆਰਾ ਸਾਹਿਬ ਵੀ ਅੱਜ ਸੁਸ਼ੋਭਿਤ ਹੈ, ਇੱਥੇ ਗਰੀਬ ਨਵਾਜ ਜੀ ਨੇ ਸਾਧ ਸੰਗਤ ਜੀ ਤਾੜੀ ਮਾਰਦਿਆਂ ਇਹ ਬਚਨ ਕਹੇ ਕਿ ਹਿੰਦ ਦਾ ਪੀਰ ਜਿਹੜਾ ਜਾ ਰਿਹਾ ਹੈ, ਜੇ ਕਿਸੇ ਦੇ ਵਿੱਚ ਹਿੰਮਤ ਹੈ ਤਾਂ ਸਾਨੂੰ ਰੋਕ ਲਵੇ। ਉਸ ਵੇਲੇ ਮੁਗਲਾਂ ਦੇ ਵਿੱਚ ਸਾਧ ਸੰਗਤ ਜੀ ਹਫੜਾ ਦਫੜੀ ਮਚ ਗਈ, ਕਿਸੇ ਤੋਂ ਕਲਗੀਧਰ ਪਾਤਸ਼ਾਹ ਜੀ ਨੂੰ ਰੋਕਿਆ ਨਾ ਗਿਆ। ਗਰੀਬ ਨਵਾਜ ਜੀ ਲਲਕਾਰਦੇ ਹੋਏ, ਕਈ ਇਤਿਹਾਸਕਾਰ ਇਹ ਜ਼ਿਕਰ ਕਰਦੇ ਆ, ਕਈ ਇਹ ਸ਼ੰਕਾ ਵੀ ਕਰਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਦੇ ਵਿੱਚੋਂ ਡਰਦੇ ਹੋਏ ਨਿਕਲੇ। ਡਰਦਾ ਹੋਇਆ ਸੂਰਮਾ ਦਾ ਸਾਧ ਸੰਗਤ ਜੀ ਉਹ ਨਿਕਲਦਾ ਜਿਹੜਾ ਚੁੱਪਚਾਪ ਲੁਕ ਕਰਕੇ ਨਿਕਲ ਜਾਵੇ। ਗਰੀਬ ਨਵਾਜ ਜੀ ਲੁਕ ਕਰਕੇ ਨਹੀਂ ਨਿਕਲੇ। ਪਿਤਾ ਸਤਿਗੁਰੂ ਜੀ ਨੇ ਲਲਕਾਰ ਕਰਕੇ ਨਾ ਮੁਸਲਮਾਨਾਂ ਨੂੰ ਕਿਹਾ ਕਿ ਜੇ ਕਿਸੇ ਦੇ ਵਿੱਚ ਹਿੰਮਤ ਆ ਤਾਂ ਸਾਨੂੰ ਆ ਕੇ ਰੋਕ ਲਵੇ, ਪਰ ਕਿਸੇ ਦੀ ਸਾਧ ਸੰਗਤ ਜੀ ਹਿੰਮਤ ਨਾ ਪਈ। ਮਹਾਰਾਜ ਜੀ ਨੇ ਸਿੰਘਾਂ ਨੂੰ ਆਖਿਆ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ, ਇਹਨਾਂ ਨੂੰ ਸਾਧ ਸੰਗਤ ਜੀ ਆਪਣੀ ਕਲਗੀ ਜਗ੍ਹਾ ਦੇ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਸਵੇਰੇ ਤੁਸੀਂ ਸਾਡਾ ਸਰੂਪ ਧਾਰਨ ਕਰਕੇ ਇੱਥੇ ਜੰਗ ਕਰਿਓ। ਤਾਂ ਸਾਧ ਸੰਗਤ ਜੀ ਉਹ ਸਿੰਘ ਸਵੇਰ ਤੱਕ ਜਿਹੜਾ ਜੰਗ ਲੜਦੇ ਰਹੇ ਤੇ ਬਾਅਦ ਦੇ ਵਿੱਚ ਉਹ ਸਿੰਘ ਸ਼ਹੀਦ ਹੋਏ ਹਨ। ਤੇ ਇੱਧਰ ਦੋ ਪਿਆਰੇ ਜਿਹੜੇ ਭਾਈ ਧਰਮ ਸਿੰਘ, ਭਾਈ ਦਇਆ ਸਿੰਘ, ਇਹ ਤਿੰਨ ਪਿਆਰੇ ਸਾਧ ਸੰਗਤ ਜੀ, ਦੋ ਪਿਆਰੇ ਤਾਂ ਸ਼ਹੀਦ ਹੋ ਗਏ ਸਨ, ਤਿੰਨ ਪਿਆਰੇ ਮਹਾਰਾਜ ਜੀ ਦੇ ਨਾਲ ਸਾਧ ਸੰਗਤ ਜੀ ਮਾਛੀਵਾੜੇ ਦੇ ਜੰਗਲ ਵਿੱਚ ਜਾ ਕੇ ਮਿਲੇ, ਜਿੱਥੇ ਗਰੀਬ ਨਵਾਜ ਜੀ ਨੇ ਸ਼ਬਦ ਉਚਾਰਨ ਕੀਤਾ। ਜਦੋਂ ਸਾਹਿਬਜ਼ਾਦਿਆਂ ਦੀਆਂ ਰੂਹਾਂ, ਸ਼ਹੀਦ ਸਿੰਘਾਂ ਦੀਆਂ ਰੂਹਾਂ ਮਹਾਰਾਜ ਦੇ ਕੋਲ ਆ ਕੇ ਪਹੁੰਚੀਆਂ ਕਿ ਸਤਿਗੁਰੂ ਜੀ ਅਸੀਂ ਸੱਚਖੰਡ ਨੂੰ ਚੱਲੇ ਹਾਂ, ਤਾਂ ਗਰੀਬ ਨਵਾਜ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ ਕਿ ਸਾਡਾ ਜਿਹੜਾ ਸੁਨੇਹਾ ਇਹ ਜਾ ਕੇ ਅਕਾਲ ਪੁਰਖ ਨੂੰ ਲਾ ਦਿਓ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦੇ ਰਹਿਣਾ। ਇਹ ਜਿਹੜਾ ਸਾਡਾ ਸੁਨੇਹਾ ਜਾ ਕੇ ਅਕਾਲ ਪੁਰਖ ਨੂੰ ਲਾ ਦਿਓ। ਤਾਂ ਸਾਧ ਸੰਗਤ ਜੀ ਸ਼ਬਦ ਮਾਛੀਵਾੜੇ ਦੇ ਜੰਗਲ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤਾ। ਇਸ ਪ੍ਰਕਾਰ ਸਾਧ ਸੰਗਤ ਜੀ ਚਮਕੌਰ ਦਾ ਜੰਗ ਗਰੀਬ ਨਵਾਜ ਜੀ ਨੇ ਬੜੀ ਬਹਾਦਰਤਾਈ ਦੇ ਨਾਲ ਆਪਣੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਕਰਾਏ। ਸਾਡੇ ਕਰਕੇ, ਆਪਣੇ ਖਾਲਸੇ ਕਰਕੇ, ਆਪਣੇ ਖਾਲਸੇ ਦੇ ਉੱਤੋਂ ਮਹਾਰਾਜ ਜੀ ਨੇ ਆਪਣੇ ਲਖਤੇ ਜਿਗਰ ਵਾਰ ਦਿੱਤੇ। ਸੋ ਇਹ ਗਰੀਬ ਨਵਾਜ ਜੀ ਨੇ ਵੱਡਾ ਪਰਉਪਕਾਰ ਸਿੱਖ ਪੰਥ ਤੇ ਕੀਤਾ। ਸੋ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਗਰੀਬ ਨਵਾਜ ਜੀ ਫਿਰ ਮਾਛੀਵਾੜੇ ਦੇ ਜੰਗਲਾਂ ਚੋਂ ਹੁੰਦਿਆਂ ਹੋਇਆਂ ਅੱਗੇ ਗੁਰਸਿੱਖਾਂ ਨੂੰ ਜਾ ਕਰਕੇ ਮਿਲੇ ਹਨ, ਦੀਨੇ ਕਾਂਗੜ ਪਹੁੰਚੇ ਹਨ। ਜਿਵੇਂ ਸਾਧ ਸੰਗਤ ਜੀ ਦੀਨੇ ਕਾਂਗੜ ਤੋਂ ਅੱਗੇ ਇਤਿਹਾਸ ਆਰੰਭ ਹੋਵੇਗਾ ਤੇ ਇੱਧਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਵੇਗੀ। ਇਹ ਆਪਾਂ ਕੱਲ ਵਾਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੋਂ ਤੱਕ ਕਥਾ ਵਿਚਾਰ ਕਰਦਿਆਂ ਮਹਾਰਾਜ ਜੀ ਦਾ ਇਤਿਹਾਸ ਸੁਣਾਉਂਦਿਆਂ ਹੋਇਆਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਆਪ ਜੀ ਨੇ ਬਖਸ਼ ਲੈਣਾ, ਅਣਜਾਣ ਬੱਚੇ ਸਮਝ ਕਰਕੇ ਮਾਫ ਕਰ ਦੇਣਾ। ਗਰੀਬ ਨਵਾਜ ਜੀ ਦਾ ਇਤਿਹਾਸ ਤਾਂ ਸਾਧ ਸੰਗਤ ਜੀ ਬੜਾ ਵੱਡਾ ਹੈ। ਇੱਕ ਜੀਵ ਦੇ ਨਾਲ ਅਸੀਂ ਕੀ ਕਥਨ ਕਰ ਸਕਦੇ ਹਾਂ, ਅਲਪੱਗ ਜੀਵ ਹਾਂ। ਐਡੇ ਐਡੇ ਵੱਡੇ ਸੂਰਮੇ ਸ਼ਹੀਦ ਸਿੰਘ ਮਹਾਪੁਰਸ਼ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਸਾਧ ਸੰਗਤ ਜੀ ਕੌਣ ਜ਼ਿਕਰ ਕਰ ਸਕਦਾ ਹੈ। ਜਿਨ੍ਹਾਂ ਇਤਿਹਾਸਕਾਰਾਂ ਨੇ ਸਤਿਗੁਰੂ ਜੀ ਦਾ ਇਤਿਹਾਸ ਲਿਖਣ ਦੀ ਹਿੰਮਤ ਵੀ ਕੀਤੀ ਹੈ ਨਾ, ਵੀ ਮਹਾਰਾਜ ਤੋਂ ਆਗਿਆ ਵੀ ਲਈ ਸਤਿਗੁਰੂ ਜੀ ਦਾ ਤੁਹਾਡਾ ਇਤਿਹਾਸ ਲਿਖ ਦਈਏ।
ਉਹਨਾਂ ਦੀਆਂ ਵੀ ਕਲਮਾਂ ਸਾਧ ਸੰਗਤ ਜੀ ਅੱਧ ਦੇ ਵਿੱਚ ਰੁਕ ਗਈਆਂ ਕਿ ਸਤਿਗੁਰੂ ਜੀ ਬਾਕੀ ਗੁਰੂਆਂ ਦਾ ਇਤਿਹਾਸ ਤਾਂ ਅਸੀਂ ਲਿਖ ਸਕਦੇ ਹਾਂ, ਪਰ ਤੁਹਾਡਾ ਇਤਿਹਾਸ ਸਾਡੇ ਕੋਲੋਂ ਨਹੀਂ ਲਿਖਿਆ ਜਾਂਦਾ। ਇਹਨਾਂ ਵਿਰਾਗਮਈ ਇਤਿਹਾਸ, ਇਹਨਾਂ ਸ਼ਹੀਦੀਆਂ ਦੇ ਨਾਲ ਭਰਿਆ ਹੋਇਆ ਮਹਾਰਾਜ ਜੀ ਦਾ ਇਤਿਹਾਸ ਹੈ। ਜੇ ਸਾਧ ਸੰਗਤ ਜੀ ਲਿਖਣ ਵਾਲਿਆਂ ਦੀਆਂ ਕਲਮਾਂ ਰੁਕ ਸਕਦੀਆਂ ਤਾਂ ਅਸੀਂ ਕੌਣ ਹੁੰਨੇ ਆ ਮਹਾਰਾਜ ਦਾ ਇਤਿਹਾਸ ਸੁਣਾਉਣ ਵਾਲੇ। ਸਤਿਗੁਰੂ ਜੀ ਆਪ ਹੀ ਬਖਸ਼ਿਸ਼ ਕਰਦੇ ਆ, ਆਪ ਹੀ ਮਹਾਰਾਜ ਜੀ ਵਿੱਚ ਵਰਤਦੇ ਆ, ਆਪ ਹੀ ਗਰੀਬ ਨਵਾਜ ਆਪਣੇ ਕੌਤਕ ਸਰਵਣ ਕਰਾਉਂਦੇ ਆ ਸੰਗਤ ਨੂੰ। ਸੋ ਸਾਧ ਸੰਗਤ ਜੀ ਅਣਜਾਣ ਬੱਚਾ ਸਮਝਦਿਆਂ ਹੋਇਆਂ ਸੰਗਤ ਵੱਡੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਡੇ ਹਨ। ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ ਲੈਣ। ਲੇਖੈ ਕਤਹਿ ਨਾ ਛੂਟਿਐ ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕਿਰਪਾ ਕਰਨ ਸਤਿਗੁਰੂ ਜੀ ਅੱਗੇ ਤੋਂ ਇਸੇ ਪ੍ਰਕਾਰ ਸੰਗਤ ਦੇ ਦਰਸ਼ਨ ਦਿਦਾਰੇ ਕਰਵਾਉਂਦੇ ਰਹਿਣ। ਜਿਵੇਂ ਸਾਧ ਸੰਗਤ ਜੀ ਅੱਜ ਤੇ ਕੱਲ ਵਾਲੇ ਦੀਵਾਨਾਂ ਵਿੱਚ ਆਪ ਜੀ ਨੇ ਬੜੇ ਉਤਸ਼ਾਹ ਦੇ ਨਾਲ, ਪ੍ਰੇਮ ਦੇ ਨਾਲ ਬੈਠ ਕਰਕੇ ਮਹਾਰਾਜ ਦਾ ਇਤਿਹਾਸ ਸਰਵਣ ਕੀਤਾ, ਇਵੇਂ ਸਾਧ ਸੰਗਤ ਜੀ ਕੱਲ ਨੂੰ ਵੀ ਹਾਜ਼ਰੀਆਂ ਭਰ ਕਰਕੇ ਲਾਹਾ ਪ੍ਰਾਪਤ ਕਰਨਾ ਹੈ। ਮਹਾਰਾਜ ਜੀ ਦੇ ਜਿਹੜੇ ਅਖੰਡ ਪਾਠ ਸਾਹਿਬ ਬਾਣੀ ਦੇ ਚੱਲ ਰਹੇ, ਇਹਨਾਂ ਦੇ ਵੀ ਭੋਗ ਪੈਣਗੇ। ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ ਹੈ। ਸੋ ਹੁਣ 2 ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਇੱਥੇ ਸਮਾਪਤੀ ਕਰਦੇ ਹਾਂ। ਇਸ ਬਿਦ ਗੁਰ ਨੰਦਨ ਲਰਿਓ ਜੈ ਅਜੀਤ ਸਿੰਘ ਨਾਮ, ਸੋ ਜਸ ਜਗਤ ਮਹਿ ਪ੍ਰਗਟ ਭਾ, ਪੁਨ ਪਹੁੰਚੇ ਹਰ ਧਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।